शेयर करियो जी ਵੱਧ ਤੋਂ ਵੱਧ। ਆਪਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਬਾਰੇ ਅੱਜ ਦੀ ਵਿਚਾਰ ਕਰਨੀ ਆ। ਉਹ ਤਾਂ ਰੱਖੀ ਆ ਵਿਚਾਰ ਬਈ ਬਹੁਤ ਸ਼ੰਕੇ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤੀ ਜਿਹੜੇ ਆ ਲੋਕਾਂ ਦੇ ਵਿੱਚ ਪਾਏ ਜਾਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰੋਗਰਾਮ ਸਾਂਝੇ ਮਸਲੇ ਲੈ ਕੇ ਸੰਗਤ ਦੇ ਨਾਲ ਹਾਜ਼ਰ ਹਾਂ ਜੀ। ਔਰ ਅੱਜ ਦਾ ਜੋ ਅਸੀਂ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਨਾ ਜੀ, ਜੋ ਅੱਜ ਦੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ, ਉਹ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ, ਉਦਾਸੀ ਭੇਖ ਦੇ ਮੁਖੀ ਕਹਿ ਲਓ, ਸੰਸਥਾਪਕ ਕਹਿ ਲਓ, ਜਿਨ੍ਹਾਂ ਨੇ ਉਦਾਸੀ ਭੇਖ ਜਿਨ੍ਹਾਂ ਤੋਂ ਚੱਲਿਆ ਜੀ ਜੀ। ਤੇ ਉਸ ਵਿਸ਼ੇ ਤੇ ਅੱਜ ਆਪਾਂ ਗੱਲ ਕਰਾਂਗੇ ਜੀ। ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੋ ਤੁਸੀਂ ਰੋਜ਼ ਇੰਨਾ ਪਿਆਰ ਬਖਸ਼ਦੇ ਹੋ, ਰੋਜ਼ ਪ੍ਰੋਗਰਾਮ ਦੇਖਦੇ ਹੋ। ਤੋ ਯਤਨ ਕਰਿਆ ਕਰੋ ਕਿ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਸੰਗਤਾਂ ਦੇ ਨਾਲ ਸਾਂਝ ਪਾਇਆ ਕਰੋ, ਤਾਂ ਜੋ ਕਈ ਵਾਰੀ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੁੰਦੇ ਆ, ਉਹ ਸਵਾਲ ਪੁੱਛ ਸਕਣ, ਆਪਾਂ ਸਵਾਲਾਂ ਦਾ ਜਵਾਬ ਦੇ ਸਕੀਏ। ਇਹ ਤੋਂ ਬਾਬਾ ਜੀ ਵੱਡਾ ਮਾਧਿਅਮ ਤਾਂ ਕੋਈ ਨਹੀਂ ਹੋ ਸਕਦਾ ਵੀ ਜੇ ਹੁਣ ਮੰਨ ਲਓ ਕਿਸੇ ਪ੍ਰਚਾਰਕ ਨੇ ਕਿਹਾ ਬਾਬਾ ਸ਼੍ਰੀ ਚੰਦ ਜੀ ਬਾਰੇ, ਜੇ ਕਿਸੇ ਦੇ ਮਨ 'ਚ ਸ਼ੰਕਾ ਹੈ ਤੇ ਹੁਣ ਆਪਾਂ ਤਾਂ ਸਾਹਮਣੇ ਕਹਿੰਦੇ ਵੀ ਪੁੱਛੋ ਬਈ ਗੱਲ, ਜਿਹੜੀ ਗੱਲ ਦਾ ਮਨ 'ਚ ਡਾਊਟ ਆ ਜਾਂ ਭੁਲੇਖਾ ਆ, ਤੇ ਪੁੱਛੇ ਤੋਂ ਬਿਨਾਂ ਦੂਰ ਨਹੀਂ ਹੁੰਦੀ ਬਾਬਾ ਜੀ। ਸ਼ੰਕੇ ਅੱਜ ਕੱਲ੍ਹ ਬਹੁਤ ਜ਼ਿਆਦਾ ਪਾਏ ਜਾਂਦੇ ਆ, ਥੋੜੇ ਨਹੀਂ ਪਾਉਂਦੇ। ਹਾਂਜੀ ਹਾਂਜੀ। ਕਈ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਹੀ ਕਥਾ ਕਰਦੇ ਕਰਦੇ ਪਾਉਂਦੇ ਆ, ਤੇ ਹੁਣ ਆਪਾਂ ਨੂੰ ਭੋਲੇ ਲੋਕਾਂ ਨੂੰ ਕੀ ਪਤਾ, ਸਾਨੂੰ ਉਹਨੀ ਤਾਂ ਜੋ ਤੁਸੀਂ ਕਹਿ ਦੇਣਾ ਉਹ ਹੀ ਮੰਨ ਜਾਣਾ। ਬਿਲਕੁਲ ਬਿਲਕੁਲ ਇਹੀ ਗੱਲ ਹੁੰਦੀ ਹੈ। ਹਾਂਜੀ, ਤੇ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਵੀ ਇਹ ਕੀ ਚੱਕਰ ਕੀ ਆ। ਦੇਖੋ, ਗੁਰੂ ਨਾਨਕ ਮਹਾਰਾਜ ਜੀ 1469 ਵਿੱਚ ਧਰਤੀ ਤੇ ਆਏ ਆ, ਪ੍ਰਗਟ ਹੋਏ ਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜੀ ਜੀ ਜੀ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਹਾਂਜੀ ਹਾਂਜੀ। ਅਸੀਂ ਕਹਿੰਦੇ ਗੁਰੂ ਨਾਨਕ ਮਹਾਰਾਜ ਜੀ ਆਪ ਨਿਰੰਕਾਰ ਹਨ, ਆਪ ਰੱਬ ਹਨ, ਜਿਹੜੇ ਇਸ ਧਰਤੀ ਦੇ ਉੱਤੇ ਆਏ। ਜੀ ਜੀ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਤੇ ਜੇ ਉਹ ਆਪ ਰੱਬ ਆ, ਅਸੀਂ ਸਮਝਦੇ ਹਾਂ ਵੀ ਉਹ ਆਪ ਰੱਬ, ਆਪ ਨਿਰੰਕਾਰ ਆ, ਫਿਰ ਉਹਨਾਂ ਦੇ ਘਰ ਆਉਣ ਵਾਲੇ ਬੱਚਿਆਂ ਨੂੰ ਅਸੀਂ ਨਲਾਇਕ ਕਹਿੰਦੇ ਆ ਜੀ। ਇਹ ਕਿਉਂ ਨਹੀਂ ਸੋਚਦੇ ਵੀ ਜਿਹੜਾ ਆਪ ਰੱਬ ਆ ਉਹਦੀ ਔਲਾਦ ਕਿਵੇਂ ਨਕੰਮੀ ਹੋ ਸਕਦੀ ਹੈ, ਜੀ ਜੀ ਜੀ, ਉਹਦੀ ਔਲਾਦ ਕਿਵੇਂ ਮਾੜੀ ਹੋ ਸਕਦੀ ਹੈ। ਇਹ ਤੇ ਸਾਨੂੰ ਸੋਚਣਾ ਵੀ ਨਹੀਂ ਚਾਹੀਦਾ ਜੀ। ਹਾਂਜੀ ਹਾਂਜੀ। ਹਨਾ, ਹੁਣ ਮੰਨ ਲਓ ਵੀ ਪਿੰਡ 'ਚ ਕਿਸੇ ਦਾ ਬੱਚਾ ਗਲਤ ਕੰਮ ਕਰੇ, ਉਹ ਬਾਪ ਦਾ ਹੀ ਨਾਂ ਲੱਗਣਾ, ਹਨਾ ਜੀ। ਹਾਂਜੀ। ਹੁਣ ਆਪਣੇ ਪਿੰਡ 'ਚ ਕੋਈ ਬੱਚਾ ਹੈ, ਉਹ ਗਲਤ ਕੰਮ ਕਰਦਾ ਹੈ, ਹਾਂਜੀ, ਕੋਈ ਹਰਕਤ ਕਰਦਾ ਹੈ, ਕੋਈ ਮਾੜੀ ਗੱਲ ਕਰਦਾ ਹੈ, ਤਾਂ ਲੋਕ ਇਹੀ ਕਹਿਣਗੇ ਇਹਦਾ ਪੇ ਕੌਣ ਆ, ਇਹਦੇ ਪੇ ਨੇ, ਇਹਦੇ ਘਰਦਿਆਂ ਨੇ ਇਹਨੂੰ ਅਕਲ ਨਹੀਂ ਦਿੱਤੀ ਕੋਈ ਵੀ। ਤੇ ਜੇ ਅਸੀਂ ਬਾਬਾ ਸ਼੍ਰੀ ਚੰਦ ਮਹਾਰਾਜ ਨੂੰ ਕਹਿੰਦੇ ਵੀ ਉਹ ਨਲਾਇਕ ਸੀਗੇ, ਫਿਰ ਉਹਦੇ 'ਚ ਕਸੂਰ ਤਾਂ ਕਿਤੇ ਨਾ ਕਿਤੇ ਤੁਸੀਂ ਗੁਰੂ ਨਾਨਕ ਮਹਾਰਾਜ ਦਾ ਕੱਢ ਰਹੇ ਹੋ ਸਿੱਧਾ ਹੀ, ਵੀ ਜਿਨ੍ਹਾਂ ਨੇ ਸੱਜਣ ਠੱਗ ਨੂੰ ਸੱਜਣ ਬਣਾਤਾ। ਹਾਂਜੀ ਹਾਂਜੀ ਹਾਂਜੀ। ਜਿਨ੍ਹਾਂ ਨੇ ਭੂਮੀਏ ਚੋਰ ਨੂੰ ਵੀ ਮਿੱਤਰ ਬਣਾ ਲਿਆ, ਹਾਂਜੀ ਹਾਂਜੀ, ਗੁਰਮੁਖ ਬਣਾਤਾ। ਜੀ ਜੀ ਜੀ। ਜਿਨ੍ਹਾਂ ਨੇ ਕੌਡੇ ਰਾਖਸ਼ ਨੂੰ ਸਿੱਧੇ ਰਾਹ ਪਾਤਾ। ਹਾਂਜੀ ਹਾਂਜੀ। ਜਿਨ੍ਹਾਂ ਨੇ ਹਮਜਾ ਗੌਂਸ ਵਰਗੇ ਹੰਕਾਰੀ ਪੀਰ ਨੂੰ ਸੁਧਾਰ ਕੇ ਸਾਧੂ ਬਣਾਤਾ। ਹਾਂਜੀ ਹਾਂਜੀ। ਤੇ ਕੀ ਗੱਲ, ਉਸ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਬਲੀ ਕੰਧਾਰੀ, ਮਤਲਬ ਇਤਿਹਾਸ ਗੁਰੂ ਨਾਨਕ ਮਹਾਰਾਜ ਦਾ ਭਰਿਆ ਪਿਆ। ਬਗਦਾਦ ਗਏ, ਹਾਂਜੀ ਹਾਂਜੀ, ਇਰਾਕ ਗਏ, ਮੱਕੇ ਦੇ ਅੰਦਰ ਗਏ, ਹਾਂਜੀ ਹਾਂਜੀ, ਉਹ ਸਾਰੇ ਹੀ ਮਹਾਰਾਜ ਨਾਲ ਪ੍ਰੇਮ ਲੱਗ ਪਿਆ ਕਰਨ। ਹਾਂਜੀ ਹਾਂਜੀ। ਤੇ ਕੀ ਗੱਲ, ਸਾਨੂੰ ਉਹ ਗੱਲ ਕਿਉਂ ਨਹੀਂ ਹਜਮ ਹੁੰਦੀ ਵੀ ਜੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਬੱਚਿਆਂ ਨੂੰ ਇੰਨਾ ਪਿਆਰ ਕਰ ਸਕਦੇ ਆ, ਜੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਬੱਚਿਆਂ ਨੂੰ ਜਾਂ ਹੋਰ ਸੰਗਤ ਨੂੰ ਸੁਧਾਰ ਸਕਦੇ ਆ, ਤੇ ਕੀ ਗੱਲ ਆਪਣੇ ਪੁੱਤਰਾਂ ਲਈ ਉਹਨਾਂ ਦੇ ਕੋਲ ਟਾਈਮ ਹੈ ਨਹੀਂ ਸੀ? ਗੱਲ ਤਾਂ ਇਹ ਹੀ ਹੈ ਜੀ, ਹਨਾ ਜੀ। ਥੋੜਾ ਜਿਹਾ ਆਪਾਂ ਕੈਮਰੇ ਨੂੰ ਸੈਟਿੰਗ ਕਰ ਲਈਏ, ਹਨਾ, ਥੋੜਾ ਜਿਹਾ ਉੱਚਾ ਨੀਵਾਂ ਲੱਗਦਾ ਮੈਨੂੰ, ਮੇਚ ਤਾਂ ਨਹੀਂ ਉੱਚਾ ਨੀਵਾਂ, ਤਾਂ ਸਹੀ ਆ, ਇਧਰੋਂ ਥੋੜਾ ਜਿਹਾ ਠੀਕ ਆ। ਹਾਂ, ਸੋ ਜੇ ਸੰਗਤ ਦਾ ਕੋਈ ਤੁਹਾਡਾ ਸਵਾਲ ਵੀ ਹੋਵੇ ਨਾ, ਸਾਧ ਸੰਗਤ, ਬਾਬਾ ਸ਼੍ਰੀ ਚੰਦ ਜੀ ਦੇ ਜੀਵਨ ਪ੍ਰਤੀ, ਆਪ ਜੀ ਵਿੱਚ ਸੁਣ ਵੀ ਪੁੱਛ ਵੀ ਸਕਦੇ ਹੋ ਤੇ ਆਪਣੀ ਸਲਾਹ ਦੇ ਵੀ ਸਕਦੇ ਹੋ। ਸੁਖ ਸਿੰਧੜ ਜੀ, ਨਛੱਤਰ ਸਿੰਘ ਖਾਲਸਾ, ਸੋਨੂ ਸਿੰਘ ਜੀ, ਬਾਬਾ ਜਸਪਾਲ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ। ਸ਼ੇਅਰ ਕਰਿਓ ਜੀ ਵੱਧ ਤੋਂ ਵੱਧ। ਆਪਾਂ ਫਿਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਬਾਰੇ ਅੱਜ ਦੀ ਵਿਚਾਰ ਕਰਨੀ ਆ। ਉਹ ਤਾਂ ਰੱਖੀ ਆ ਵਿਚਾਰ ਬਈ
ਬਹੁਤ ਸ਼ੰਕੇ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤੀ ਜਿਹੜੇ ਆ ਲੋਕਾਂ ਦੇ ਵਿੱਚ ਪਾਏ ਜਾਂਦੇ ਆ। ਜੀ ਜੀ ਜੀ। ਪ੍ਰਚਾਰਕਾਂ ਵੱਲੋਂ ਗੁਰਬਾਣੀ ਦੀ ਉਦਾਹਰਨ ਦੇ ਕੇ ਵੀ ਪਾਇਆ ਜਾਂਦਾ ਹੈ। ਹਾਂਜੀ ਹਾਂਜੀ। ਹਾਂਜੀ ਬਾਬਾ ਜੀ, ਉਹ ਬਾਬਾ ਜਸਪਾਲ ਸਿੰਘ ਜੀ, ਉਹ ਕੋਈ ਜ਼ਰੂਰੀ ਕੰਮ ਆ ਪਿਆ, ਕੋਈ ਸੱਜਣ ਮਿੱਤਰ ਮਿਲਣ ਆ ਗਏ ਸੀਗੇ ਜੀ, ਇਸ ਕਰਕੇ ਅਸੀਂ ਅੱਧਾ ਘੰਟਾ ਲੇਟ ਹੋ ਗਏ। ਇਸ ਗੱਲ ਦੀ ਮਾਫੀ ਮੰਗਦੇ ਹਾਂ। ਬਾਬਾ ਜੀ ਪੁੱਛਦੇ ਵੀ ਅੱਧਾ ਘੰਟਾ ਲੇਟ ਹੋ ਗਿਆ ਤੁਸੀਂ, ਤਾਂ ਕੋਈ ਤੁਰਨ ਲੱਗਿਆ ਤੇ ਜਦੋਂ ਆਉਣਾ ਸੀਗਾ ਇੱਧਰ ਨੂੰ ਜੀ, ਤਾਂ ਉਹ ਕੋਈ ਨਾ ਕੋਈ ਸੱਜਣ ਮਿੱਤਰ ਮਿਲਣ ਆ ਗਿਆ, ਇਸ ਕਰਕੇ ਸ਼ੇਅਰ ਜ਼ਰੂਰ ਕਰੋ ਜੀ ਸਾਰੇ ਗਰੁੱਪਾਂ ਵਿੱਚ, ਸਾਰੇ ਚੜ੍ਹਦੀ ਕਲਾ ਵਿੱਚ। ਕਿਉਂਕਿ ਇੱਥੇ ਕੋਈ ਅਪਸ਼ਬਦ ਨਾ ਬੋਲੇ। ਹਾਂਜੀ ਹਾਂਜੀ। ਕਿਸੇ ਦੇ ਮਨ 'ਚ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਪ੍ਰਤੀ ਕੋਈ ਵੀ ਸਵਾਲ ਆ, ਹਾਂਜੀ ਹਾਂਜੀ, ਤੇ ਆਪ ਜੀ ਬੇਝਿਜਕ ਹੋ ਕੇ ਪੁੱਛੋ, ਅਸੀਂ ਤੁਹਾਨੂੰ ਜਵਾਬ ਦੇਵਾਂਗੇ ਜਿੰਨੀ ਕੁ ਬੁੱਧੀ ਮਹਾਰਾਜ ਨੇ ਆਪਾਂ ਨੂੰ ਦਿੱਤੀ ਹੈ। ਹਾਂਜੀ ਹਾਂਜੀ। ਕਿਉਂ ਇਸ ਤੋਂ ਵਧੀਆ ਪਲੇਟਫਾਰਮ ਕੋਈ ਨਹੀਂ। ਐਵੇਂ ਘਰ ਬੈਠੇ ਐਵੇਂ ਈਰਖਾ ਕਰੀ ਚੱਲੋ, ਅੰਦਰੋਂ ਅੰਦਰ ਸੜੀ ਚੱਲੋ, ਰਿੱਝੀ ਚੱਲੋ। ਨਹੀਂ, ਆਪਣਾ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਆਪਾਂ। ਜਿਹੜਾ ਹੈਗਾ ਸਵਾਲ ਆਪਾਂ ਪੁੱਛ ਸਕਦੇ ਆ, ਜਿਹੜਾ ਕੋਈ ਮਨ ਦੇ ਵਿੱਚ ਸ਼ੰਕਾ ਹੈਗੀ ਆ। ਹਾਂ ਵੀ ਬਾਬਾ ਸ਼੍ਰੀ ਚੰਦ ਜੀ ਦੇ ਪ੍ਰਤੀ ਅੱਜ ਦੀ ਆਪਾਂ ਵਿਚਾਰ ਰੱਖੀ ਆ, ਸਪੈਸ਼ਲ ਇਸੇ ਕਰਕੇ ਸਾਰਾ ਐਪੀਸੋਡ ਰੱਖਤਾ। ਹਾਂਜੀ ਹਾਂਜੀ। ਵੀ ਘੰਟਾ ਸਵਾ ਘੰਟਾ ਤੁਹਾਡੇ ਵਿੱਚ ਆ। ਹਾਂਜੀ ਹਾਂਜੀ। ਵੀ ਜੋ ਕਿਸੇ ਨੂੰ ਕੋਈ ਸ਼ੰਕਾ ਆ, ਅਸੀਂ ਤਾਂ ਇਤਿਹਾਸ ਸੁਣਾਉਣੇ ਹੀ ਆ, ਹੁਣ ਵੀ ਸੁਣਾਵਾਂਗੇ। ਹਾਂਜੀ ਹਾਂਜੀ। ਤੇ ਮੈਂ ਤਾਂ ਥੋੜਾ ਜਿਹਾ ਰੁਕ ਰਿਹਾ ਵੀ ਆਪ ਜੀ ਸ਼ੇਅਰ ਕਰ ਦਿਓ, ਹੋਰ ਸੰਗਤਾਂ ਜੁੜ ਜਾਣ। ਜੀ ਜੀ ਜੀ। ਜਦੋਂ ਫਿਰ ਸੰਗਤ ਬਾਅਦ ਚ ਜੁੜਦੀ ਨਾ ਬਾਬਾ ਜੀ, ਹਾਂਜੀ ਹਾਂਜੀ, ਫਿਰ ਸੰਗਤ ਕਹਿੰਦੀ ਕਿਹੜੀ ਗੱਲ ਚੱਲ ਰਹੀ ਹੈ ਜੀ, ਹਾਂਜੀ ਹਾਂਜੀ, ਕਿਸ ਵਿਸ਼ੇ ਤੇ ਚੱਲ ਰਹੀ ਆ, ਉਹ ਫਿਰ ਅੱਧ ਚੋਂ ਜਦੋਂ ਲੱਤ ਫੜਨੀ ਨਾ, ਫਿਰ ਕਹਿੰਦੇ ਪਤਾ ਨਹੀਂ ਕਿਹੜੀ ਗੱਲ ਹੋ ਰਹੀ ਹੈ। ਹਾਂਜੀ ਹਾਂਜੀ ਹਾਂਜੀ। ਇਸ ਕਰਕੇ 2 ਮਿੰਟ ਆਪ ਜੀ ਕਰੋ ਕਿਰਪਾ, ਜਰਾ ਚੜ੍ਹਦੀ ਕਲਾ ਵਿੱਚ ਵੀਡੀਓ ਨੂੰ ਸ਼ੇਅਰ ਕਰੋ ਜੀ। ਆਦ ਨਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ, ਜਾਂ ਗਾਇਓ ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ, ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ, ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਾਗੇ ਆਇਓ, ਹੈ ਜਗ ਆਇਓ। ਹੈਰੀ ਜੀ ਲਿਖਦੇ ਆ, ਮੈਂ ਤਾਂ ਇਹ ਵੀ ਸੁਣਿਆ, ਮੈਨੂੰ ਵਿਸ਼ਵਾਸ ਵੀ ਆ ਕਿ ਨਾਰਾਇਣ ਜਦੋਂ ਕਿਸੇ ਯੁੱਗ ਆਉਂਦੇ ਤੇ ਸ਼ਿਵ ਰੂਪ ਨਾਲ ਆਉਂਦਾ। ਜੀ ਜੀ ਜੀ। ਸ਼੍ਰੀ ਚੰਦ ਜੀ ਬਾਬੇ ਨਾਨਕ ਦੇ ਨਾਲ ਸ਼ਿਵ ਰੂਪ ਆਏ ਸੀ। ਸਤਵਚਨ ਜੀ ਬਹੁਤ ਧੰਨਵਾਦ, ਬਹੁਤ ਧੰਨਵਾਦ। ਦੇਖੋ ਜਦੋਂ ਇਹ ਗੱਲ ਆਪਾਂ ਕਹਿੰਦੇ ਨਾ ਜੀ, ਇਹਨੂੰ ਫਿਰ ਆਪਾਂ ਨੂੰ ਸਾਬਤ ਕਰਨਾ ਪੈਣਾ ਵੀ ਕਿਵੇਂ। ਹਾਂਜੀ ਹਾਂਜੀ। ਕਿਉਂ ਅਸੀਂ ਇੱਕ ਸਟੇਜ ਤੇ ਅਸੀਂ ਇਦਾਂ ਗੱਲ ਕੀਤੀ ਸੀ ਜੀ, ਮੁੜ ਕੇ ਸਵਾਲ ਆ ਗਿਆ ਸੰਗਤ ਦਾ, ਕਹਿੰਦੇ ਤੁਸੀਂ RSS ਦੇ ਬੰਦੇ ਆ। ਹਾਂਜੀ ਹਾਂਜੀ। ਬਹੁਤ ਚੜ੍ਹਦੀ ਕਲਾ ਚ ਸੰਗਤ ਸ਼ੇਅਰ ਕਰਕੇ ਜੋੜ ਰਹੀ ਸੰਗਤ ਨੂੰ। ਜੀ ਜੀ। 84 ਜੀਵ ਦੇਖ ਰਹੇ ਆ ਪਿਆਰ ਵਾਲੇ। ਹਾਂਜੀ। ਹੋਰ ਸ਼ੇਅਰ ਕਰੋ ਜੀ, ਹੋਰ ਸ਼ੇਅਰ ਕਰੋ। ਆਪਾਂ ਹਾਂਜੀ, ਮੈਂ ਫੇਰ ਬੇਨਤੀ ਕਰ ਦਵਾਂ ਕਿ ਸੰਜੀਦਗੀ ਨਾਲ ਸਵਾਲ ਪੁੱਛਣਾ। ਜੀ ਜੀ। ਕਿਉਂ ਬਾਬਾ ਜੀ? ਹਾਂਜੀ ਹਾਂਜੀ। ਕੋਈ ਬੋਲੀ ਦੇ ਵਿੱਚ ਸਾਡੀ ਚ ਖਟਾਸ ਨਹੀਂ ਹੋਣੀ ਚਾਹੀਦੀ। ਹਾਂਜੀ ਹਾਂਜੀ। ਕਿਉਂਕਿ ਜਿਹੜੀ ਵਿਚਾਰਾਂ ਦੀ ਮਤਭੇਦ ਆ ਤਾਂ ਸ਼ੁਰੂ ਤੋਂ ਚੱਲਦੀ ਆਈ ਹੈ। ਹਾਂਜੀ ਹਾਂਜੀ। ਹਨਾ, ਇਹ ਆਮ ਕਰਕੇ ਕਈ ਵਾਰੀ ਹੋ ਜਾਂਦਾ ਗੱਲ, ਕਦੇ ਹਾਈਪਰ ਨਹੀਂ ਹੋਣਾ ਕਿਸੇ ਨੇ। ਚੜ੍ਹਦੀ ਕਲਾ ਚ ਸਵਾਲ ਜਿਹੜਾ ਮਰਜ਼ੀ ਪੁੱਛੋ। ਹਾਂਜੀ ਹਾਂਜੀ। ਆਪਾਂ ਜਵਾਬ ਦਵਾਂਗੇ, ਤੁਹਾਡੇ ਚ ਬੈਠੇ ਆ। ਜੀ ਜੀ। ਹਨਾ ਜੀ। ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੇ ਜੀਵਨ ਪ੍ਰਤੀ ਅੱਜ ਆਪਾਂ ਗੱਲ ਕਰਨੀ ਆ। ਗੁਰੂ ਨਾਨਕ ਮਹਾਰਾਜ ਜੀ ਦੇ ਵੱਡੇ ਸੁਪੁੱਤਰ, ਉਹਨਾਂ ਦੇ ਪ੍ਰਤੀ ਆਪ ਜੀ ਕੋਈ ਨਾ ਕੋਈ ਸਵਾਲ ਜੇ ਕਿਸੇ ਦੇ ਮਨ ਚ ਹੈ ਕਿਸੇ ਵੀ ਤਰ੍ਹਾਂ, ਤੇ ਆਪ ਜੀ ਪੁੱਛੋ, ਤੇ ਆਪਾਂ ਥੋੜਾ ਜਿਹਾ ਜੀ ਚਾਨਣਾ ਪਾ ਲਈਏ ਫਿਰ। ਹਾਂਜੀ ਹਾਂਜੀ। ਜਦ ਤੱਕ ਸੰਗਤ ਦੇ ਸਵਾਲ ਆਉਂਦੇ ਆ। ਜੀ ਜੀ। ਭਾਦੋਂ ਸੁਦੀ 9, ਠੀਕ ਹੈ ਜੀ। ਦੇਸੀ ਮਹੀਨਾ ਭਾਦੋਂ ਸੁਦੀ 9, ਸੁਦੀ 9, ਸੁਦੀ ਤੇ ਵਦੀ। ਹਾਂਜੀ ਹਾਂਜੀ। ਇਹਦਾ ਫਰਕ ਹੁੰਦਾ ਜੀ। ਜਿਹੜੀ ਸੁਦੀ ਆ ਜੀ, ਹਾਂਜੀ, ਪੂਰਨਮਾਸ਼ੀ ਤੋਂ ਮੱਸਿਆ ਤੱਕ 15 ਦਿਨ। ਜੀ ਜੀ। ਤੇ ਜਿਹੜੀ ਵਦੀ ਆ ਉਹ ਮੱਸਿਆ ਤੋਂ ਪੂਰਨਮਾਸ਼ੀ ਤੱਕ 15 ਦਿਨ। ਇਹ ਸੁਦੀ ਵਦੀ ਕਿਹਾ ਜਾਂਦਾ ਜੀ। ਉਦੋਂ ਦੇਸੀ ਮਹੀਨੇ ਚੱਲਦੇ ਸੀਗੇ। ਦੇਸੀ ਸਾਰਾ ਇਤਿਹਾਸ ਹੀ ਦੇਸੀ ਮਹੀਨਿਆਂ ਦੇ ਨਾਲ ਹੈ ਜੀ। ਹੁਣ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਕਿਸੇ ਦਿਨ ਆਪਾਂ ਬੇਨਤੀ ਕਰਾਂਗੇ। ਹਾਂਜੀ ਹਾਂਜੀ, ਉਹ ਵੀ ਕਰਿਓ। ਉਹ ਵੀ ਬੜਾ ਇੱਕ ਦੁਚਿੱਤੀ ਆ ਵੀ 2 ਗੁਰਪੁਰਬ ਇੱਕ ਸਾਲ ਚ ਆ ਜਾਂਦੇ ਆ, ਇੱਕ ਸਾਲ ਚ ਆਉਂਦਾ ਹੀ ਨਹੀਂ। ਇਹ ਵੀ ਭੁਲੇਖਾ ਥੋੜਾ ਜਿਹਾ ਸੰਗਤ ਨੂੰ ਹੁੰਦਾ। ਕਿਉਂ ਹੁੰਦਾ ਉਹ ਆਪਾਂ ਕਲੀਅਰ ਉਦਣ ਨੂੰ ਹੀ ਕਰਾਂਗੇ, ਅੱਜ ਨਹੀਂ ਕਰਨਾ ਨਾ। ਸੋ ਮੈਂ ਇੰਨੀ ਗੱਲ ਕਹਿ ਦਿੰਦਾ ਵੀ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਪ੍ਰਕਾਸ਼ ਭਾਦੋਂ ਸੁਦੀ 9 ਜੀ, ਸ਼੍ਰੀ ਸੁਲਤਾਨਪੁਰ ਲੋਧੀ ਸਾਹਿਬ ਜੀ ਦੀ ਧਰਤੀ। ਹਾਂਜੀ ਹਾਂਜੀ। ਗੁਰੂ ਨਾਨਕ ਮਹਾਰਾਜ ਜੀ ਦਾ ਘਰ ਤੇ ਮਾਂ ਤ੍ਰਿਪਤਾ ਦੇਵੀ ਜੀ ਦੇ ਘਰ ਦੇ ਵਿੱਚ। ਜੀ ਜੀ ਜੀ। ਉਹਨਾਂ ਦੇ ਪੋਤਰੇ ਬਣ ਕੇ, ਠੀਕ ਹੈ ਜੀ, ਮਾਤਾ ਸੁਲੱਖਣੀ ਜੀ ਦੀ ਪਾਵਨ ਕੁੱਖ ਤੋਂ, ਹਾਂਜੀ ਹਾਂਜੀ, ਗੁਰੂ ਸਾਹਿਬ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਪ੍ਰਗਟ ਹੋਏ। ਜੀ ਜੀ। ਉਹਨਾਂ ਤੋਂ ਬਾਅਦ ਬਾਬਾ ਲਖਮੀ ਚੰਦ ਜੀ, ਹਾਂਜੀ, ਜਿਹੜੇ ਛੋਟੇ ਸੁਪੁੱਤਰ ਸਨ ਗੁਰੂ ਨਾਨਕ ਮਹਾਰਾਜ ਦੇ, ਹਾਂਜੀ ਹਾਂਜੀ, ਉਹਨਾਂ ਨੇ ਇਸ ਸੰਸਾਰ ਦੇ ਵਿੱਚ ਪ੍ਰਕਾਸ਼ ਲਿਆ। ਠੀਕ ਹੈ ਜੀ। ਔਰ ਇਹ ਵੀ ਸਵਾਲ ਕਈ ਵਾਰੀ ਆਉਂਦਾ, ਕਹਿੰਦੇ
ਸੰਗਤ ਖੜ ਕੇ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੀ ਮਹਾਰਾਜ ਸਾਨੂੰ ਧੀ ਦੇ ਦਿਓ, ਸਾਨੂੰ ਪੁੱਤ ਦੇ ਦਿਓ, ਮਹਾਰਾਜ ਸਭ ਕੁਝ ਦਿੰਦੇ ਆ। ਹਾਂਜੀ ਹਾਂਜੀ ਫਿਰ ਸਵਾਲ ਕੱਢਣਗੇ ਬੇਬੇ ਨਾਨਕੀ ਦੇ ਤਾਂ ਔਲਾਦ ਹੈ ਨਹੀਂ ਸੀ, ਹਾਂਜੀ ਹਾਂਜੀ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਨੂੰ ਔਲਾਦ ਕਿਉਂ ਨਾ ਦਿੱਤੀ? ਜੀ ਜੀ ਪਿਆਰਿਓ, ਗੁਰੂ ਘਰ ਦੇ ਵਿੱਚੋਂ ਮੰਗਣਾ ਪੈਂਦਾ। ਹਾਂਜੀ 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 ਕਿਉਂ ਜੀ? ਪਾਵੋ ਦਾਨ ਢੀਠ ਹੋਏ ਮੰਗੋ, ਢੀਠ ਹੋਏ ਮੰਗੋ, ਹਾਂਜੀ ਹਾਂਜੀ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ, ਹਾਂਜੀ ਜਾਚਕ ਮੰਗੈ ਦਾਨ ਤੂੰ ਦੇਹ ਪਿਆਰਿਆ। ਕਿੰਨੀਆਂ ਉਦਾਹਰਨਾਂ ਦਈਏ ਜੀ, ਹਨਾ। ਹਾਂਜੀ ਤੇ ਗੱਲ ਤਾਂ ਭਾਵੇਂ ਨਾਮ ਸੇਵਾ ਸਿਮਰਨ ਕੁਛ ਵੀ, ਗੱਲ ਤਾਂ ਮੰਗ ਕੇ ਗੁਰੂ ਸਾਹਿਬ ਅੱਗੇ, ਜ਼ਰੂਰੀ ਨਹੀਂ ਉੱਚੀ ਕੂਕ ਕੇ ਮੰਗਣਾ। ਨਾਲੇ ਉਹ ਨਹੀਂ ਮੰਗਿਆ ਸੀ ਭਤੀਜਾ, ਉਹ ਨਹੀਂ ਇਹ ਕਿਹਾ ਸੀ ਵੀ ਮੈਂ ਚਾਹੁੰਨੀ ਆ ਵੀ ਮੈਂ ਭਤੀਜੇ ਦਾ ਮੂੰਹ ਦੇਖਾਂ। ਜੀ ਜੋ ਕੁਝ ਮੰਗਿਆ ਉਹੀ ਦਿੱਤਾ। ਬੇਬੇ ਨਾਨਕੀ ਜੀ ਇਹ ਬਚਨ ਕਿਤੇ ਵੀ ਨਹੀਂ ਆਉਂਦਾ ਇਤਿਹਾਸ 'ਚ। ਜੇ ਇਹ ਨਹੀਂ ਨਾ ਆਉਂਦਾ ਵੀ ਉਹਨਾਂ ਨੂੰ ਗੁਰੂ ਨਾਨਕ ਮਹਾਰਾਜ ਨੇ ਪੁੱਤਰ ਨਹੀਂ ਦਿੱਤਾ, ਹਾਂਜੀ ਤਾਂ ਉਹਨੇ ਮੰਗਿਆ ਵੀ ਨਹੀਂ, ਮੰਗਿਆ ਵੀ ਨਹੀਂ, ਭਤੀਜਾ ਹੀ ਮੰਗਿਆ। ਕਿਤੇ ਇਹ ਸ਼ਬਦ ਆਉਂਦਾ ਹੋਵੇ, ਕੋਈ ਸੰਗਤ ਦੱਸੇ ਇਤਿਹਾਸ 'ਚ ਹਾਂਜੀ ਹਾਂਜੀ ਵੀ ਮਾਤਾ ਜਿਹੜੇ ਆ ਮਾਤਾ ਬੇਬੇ ਨਾਨਕੀ ਜੀ, ਹਾਂਜੀ ਉਹਨਾਂ ਨੇ ਮੰਗ ਕੀਤੀ ਤਾਂ ਮਹਾਰਾਜ ਨੇ ਠਕਰਾਤੀ। ਹਾਂਜੀ ਉਹਨੇ ਮੰਗਿਆ ਹੀ ਨਹੀਂ, ਮੰਗਿਆ ਹੀ ਉਹਨੇ ਇਹ ਕਿਹਾ ਸੀ ਵੀ ਮੈਨੂੰ ਭਤੀਜਾ ਮੈਂ ਦੇਖਣਾ ਚਾਹੁੰਦੀ ਹਾਂ। ਜੀ ਜੀ ਤੋ ਮਹਾਰਾਜ ਨੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਕਿਰਪਾ ਕੀਤੀ, ਜੀ ਜੀ ਮਾਤਾ ਸੁਲੱਖਣੀ ਜੀ ਦੀ ਕੁੱਖ ਨੂੰ ਭਾਗ ਲੱਗੇ। ਹਾਂਜੀ ਹਾਂਜੀ ਤੇ ਇੱਥੋਂ ਤੱਕ ਵੀ ਮੈਂ ਜਿੱਥੇ ਤੱਕ ਇਤਿਹਾਸ ਦੀ ਖੋਜ ਕੀਤੀ ਨਾ ਜੀ, ਹਾਂਜੀ ਕਿ ਉਹਨਾਂ ਵੇਲਿਆਂ 'ਚ ਹਜੇ ਕਿਹੜਾ ਕੜਾਹ ਪ੍ਰਸ਼ਾਦੀ ਦੇਗ ਤਿਆਰ ਸੀ, ਜੀ 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 ਉਹ ਤਾਂ ਬਾਅਦ 'ਚ ਮਹਾਰਾਜ ਨੇ ਤਿਆਰ ਕਰਵਾਈ ਨਾ। ਹਾਂਜੀ ਪ੍ਰਤਾਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਵੀਰ ਕਲੇਰ ਜੀ, ਸਭ ਨੂੰ ਫਤਿਹ ਜੀ। ਹਾਂਜੀ ਚੜ੍ਹਦੀ ਕਲਾ 'ਚ ਸ਼ੇਅਰ ਕਰੋ ਜੀ, ਹੋਰ ਸ਼ੇਅਰ ਕਰੋ ਜੀ। 154 ਰੱਬ ਦੇ ਪਿਆਰੇ ਦੇਖ ਰਹੇ ਆ, ਠੀਕ ਹੈ ਧੰਨਵਾਦ ਹੈ ਜੀ। ਦੇਸ਼ਾਂ ਚੋਂ ਵਿਦੇਸ਼ਾਂ ਚੋਂ ਜਿੱਥੋਂ ਵੀ ਆਪ ਜੀ ਦੇਖਦੇ ਹੋ, ਪਿਆਰ ਬਖਸ਼ਦੇ ਹੋ। ਸਵਾਲ ਜ਼ਰੂਰ ਕਰਿਆ ਕਰੋ, ਜੇ ਕੋਈ ਇਸ ਦੇ ਮੁਤਲਕ ਤੁਹਾਡਾ ਸਵਾਲ ਹੁੰਦਾ। ਸ਼ੰਕਾ ਕੋਈ ਹੋ, ਕਈ ਵਾਰੀ ਸ਼ੰਕਾ ਹੁੰਦਾ, ਕਈ ਵਾਰੀ ਭੁਲੇਖਾ ਹੁੰਦਾ, ਕਈ ਵਾਰੀ ਉਦਾਂ ਮਨ 'ਚ ਤਾਂਘ ਹੁੰਦੀ ਆ। ਹਾਂਜੀ ਹਾਂਜੀ ਕਿਉਂਕਿ ਸਾਡੇ ਜਿਹੜੇ ਬਹੁਤੇ, ਜੇ ਆਪਾਂ ਗੱਲ ਕਰੀਏ ਨਾ ਜੀ, ਪ੍ਰਚਾਰਕ ਜਨ ਤੇ ਆਪਣੇ ਕੋਲ ਬੈਠਣ ਦਾ ਸਮਾਂ ਦਿੰਦੇ ਹੀ ਨਹੀਂ ਦਿੰਦੇ ਜੀ। ਹਾਂਜੀ ਹਾਂਜੀ ਸ਼ੰਕਾ ਦਾ ਬੰਦਾ ਉੱਥੇ ਨਿਮਰਤ ਕਰ ਸਕਦਾ। ਸਰਦਾਰ ਨਰਵੈਰ ਸਿੰਘ ਜੀ ਕਹਿੰਦੇ ਆ, ਬਾਬਾ ਸ਼੍ਰੀ ਚੰਦ ਜੀ ਨੂੰ ਸ਼ਿਵ ਦਾ ਅਵਤਾਰ ਕਿਉਂ ਕਿਹਾ ਜਾਂਦਾ? ਹਾਂਜੀ ਹਾਂਜੀ ਕੀ ਇਹ ਕਹਿਣਾ ਸਿੱਖ ਜਗਤ ਵਿੱਚ ਸਹੀ ਆ? ਠੀਕ ਹੈ ਜੀ। ਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਸੀ, ਫਿਰ ਉਹਨਾਂ ਆਪਣੀ ਬਾਂਹ ਵੱਡੀ ਕਰਕੇ ਬਾਬਾ ਲਖਮੀ ਚੰਦ ਜੀ ਦੇ ਬੇਟੇ ਦੀ ਬਾਂਹ ਕਿਉਂ ਫੜੀ? ਠੀਕ ਹੈ ਜੀ। ਓਹੋ, ਕਿਉਂ ਫੜੀ? ਆਪ ਜੀ ਨੇ 3-4 ਸਵਾਲ ਇੱਕੋ ਵਾਰੀ ਕੀਤੇ ਆ ਜੀ। ਅੱਗੇ ਵੰਸ਼ ਲਈ ਐਸਾ ਮੈਂ ਸੁਣਿਆ ਤੇ ਫੋਟੋ 'ਚ ਦੇਖਿਆ, ਠੀਕ ਹੈ ਬਾਕੀ ਸੱਚ ਜਾਂ ਝੂਠ ਤੇ ਹੁਣ ਤੁਸੀਂ ਚਾਨਣਾ ਪਾਓ। ਠੀਕ ਹੈ ਜੀ। ਬਿਲਕੁਲ ਆਪ ਜੀ ਦਾ ਬਹੁਤ ਵਾਜਬ ਸਵਾਲ ਆ ਨਰਵੈਰ ਸਿੰਘ ਜੀ। ਜਿੱਥੋਂ ਤੱਕ ਇਹ ਕਿਹਾ ਜਾਂਦਾ ਨਾ ਜੀ ਕਿ ਬਾਬਾ ਸ਼੍ਰੀ ਚੰਦ ਜੀ ਸ਼ਿਵਜੀ ਜੀ ਦੇ ਅਵਤਾਰ ਨੇ, ਜੀ 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 ਹੁਣ ਤੁਸੀਂ ਇਸ ਗੱਲ ਨੂੰ ਸਮਝਣਾ ਵੀ ਆ। ਜੇ ਪੁੱਛਿਆ ਨਾ ਜੀ, ਸਮਝਣਾ ਵੀ ਆ ਜ਼ਰੂਰੀ। ਹਾਂਜੀ ਤੇ ਆਪ ਜੀ ਨੇ ਫਿਰ ਮੁੜ ਕੇ ਦੱਸਣਾ ਵੀ ਆ ਵੀ ਆਪ ਜੀ ਨੂੰ ਕਿਵੇਂ ਲੱਗਾ ਜਵਾਬ, ਹਨ। ਹਾਂਜੀ ਹਾਂਜੀ ਹੁਣ ਆਪਾਂ ਉਦਾਹਰਨ ਲਈਏ ਵੀ ਜੇ ਮੰਨ ਲਓ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਜੀ ਜੀ ਰਾਸ਼ਟਰਪਤੀ ਨੇ ਆਉਣਾ, ਜੀ ਜੀ ਜਲੰਧਰ ਜ਼ਿਲ੍ਹੇ 'ਚ ਰਾਸ਼ਟਰਪਤੀ ਨੇ ਆਉਣਾ ਤੇ ਮੁੱਖ ਮੰਤਰੀ ਪੰਜਾਬ ਨੂੰ ਸਪੈਸ਼ਲ ਸੱਦਾ ਨਹੀਂ ਦੇਣਾ ਪੈਣਾ ਜੀ ਜੀ ਵੀ ਰਾਸ਼ਟਰਪਤੀ ਜੀ ਆ ਰਹੇ, ਤੁਸੀਂ ਆਇਓ। ਜੀ ਜੀ ਕਿਉਂਕਿ ਜਿੱਥੇ ਰਾਸ਼ਟਰਪਤੀ ਆ ਰਿਹਾ ਹੈ ਉੱਥੇ ਮੁੱਖ ਮੰਤਰੀ ਬਾਕੀ ਸਾਰੇ ਅਹੁਦੇਦਾਰ ਆਪੇ ਹੀ ਪਹੁੰਚਦੇ ਆ। ਪਹੁੰਚਣਾ ਪਈ। ਕਿਉਂ? ਹਾਂਜੀ ਕਿਉਂਕਿ ਵੱਡੀ ਜਿਹੜੀ ਦੇਸ਼ ਦੀ ਪਾਵਰ ਆ ਉਹ ਆ ਰਹੀ ਆ। ਹਾਂਜੀ ਹਾਂਜੀ ਹੁਣ ਮੰਨ ਲਓ ਪਿੱਛੇ ਜੇ ਟਰੰਪ ਆਇਆ, ਹਾਂਜੀ ਹਾਂਜੀ ਏਅਰਪੋਰਟ ਤੇ ਗੁਜਰਾਤ ਉਤਰਿਆ, ਠੀਕ ਹੈ ਜੀ। ਉਹਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੂਹਰੇ ਜੀ ਆਇਆਂ ਨੂੰ ਕਹਿਣਗੇ। ਜੀ ਜੀ ਕਿਉਂ? ਕਿਉਂਕਿ ਵਰਲਡ ਵਿੱਚ ਅਮਰੀਕਾ ਦੀ ਪਾਵਰ ਮੰਨੀ ਜਾਂਦੀ ਆ, ਜੀ ਜੀ ਯੂਐਨਓ ਦਾ ਮੇਨ ਆ। ਜੀ ਜੀ ਤੇ ਇਸ ਕਰਕੇ ਉਹਦੇ ਮੂਹਰੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਸੱਦਾ ਥੋੜੋ ਕੋਈ ਦੇਣ ਗਿਆ ਵੀ ਤੁਹਾਨੂੰ ਟਰੰਪ ਨੂੰ ਲੈਣ ਜਾਣਾ ਪੈਣਾ। ਹਾਂਜੀ ਹਾਂਜੀ ਗਏ ਲੈਣ। ਕਿਉਂ? ਇੱਕ ਵੱਡੇ ਦੇਸ਼ ਦਾ ਮਾਲਕ ਆ ਰਿਹਾ ਹਾਂਜੀ ਹਾਂਜੀ ਤੇ ਇੱਥੋਂ ਵਾਲੇ ਮੂਹਰੇ ਜਾ ਕੇ ਉਹਨਾਂ ਦਾ ਸਵਾਗਤ ਕਰਦੇ ਆ। ਪਾਵਰਾਂ ਆਪ ਹੀ ਪਹੁੰਚ ਗਈਆਂ। ਜੀ 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 ਇਸੇ ਤਰ੍ਹਾਂ ਜਦੋਂ ਆਪ ਨਾਰਾਇਣ, ਆਪ ਰੱਬ, ਆਪ ਅਕਾਲ ਪੁਰਖ ਗੁਰੂ ਨਾਨਕ ਮਹਾਰਾਜ ਧਰਤੀ ਤੇ ਆਏ, ਜੀ 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 ਉਹਨਾਂ ਨੂੰ ਫਿਰ ਸਾਰੀਆਂ ਤਾਕਤਾਂ ਨੇ ਕਿਹਾ ਵੀ ਅਸੀਂ ਵੀ ਤੁਹਾਡੇ ਨਾਲ ਜਾਣਾ। ਜੀ 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 ਕਿਉਂਕਿ ਜਿੱਥੇ ਆਪ ਨਿਰੰਕਾਰ ਹੈ ਉੱਥੇ ਸਭ ਤਾਕਤਾਂ ਨੇ। ਹਾਂਜੀ ਹਾਂਜੀ ਤੇ ਫਿਰ ਕਹਿੰਦੇ ਇਤਿਹਾਸ ਦੇ ਬਚਨ ਨੇ ਵੀ ਜਦੋਂ ਬਾਬਾ ਸ਼੍ਰੀ ਚੰਦ ਜੀ ਭਾਵ ਗੁਰੂ ਨਾਨਕ ਮਹਾਰਾਜ ਆਉਣ ਲੱਗੇ, ਉਹਨਾਂ ਨੂੰ ਸ਼ਿਵਜੀ ਜੀ ਨੇ ਕਿਹਾ ਵੀ ਮੈਂ ਨਾਲ ਜਾਣਾ ਤੁਹਾਡੇ। ਪਿਆਰ ਸੀ, ਹਰ ਕਿਸੇ ਦਾ ਪਿਆਰ ਹੈ। ਹਾਂਜੀ ਹਾਂਜੀ ਬਾਣੀ 'ਚ ਬੜੀ ਵਾਰੀ ਨਾਮ ਆਇਆ ਜੀ, ਜੀ ਜੀ ਹਨਾ ਜੀ। ਹਾਂਜੀ ਤਾਂ ਉਸ ਵੇਲੇ ਫਿਰ ਗੁਰੂ ਨਾਨਕ ਮਹਾਰਾਜ ਨੇ ਕਿਹਾ ਵੀ ਤੁਹਾਨੂੰ ਅਸੀਂ ਪਿੱਛੇ ਆਪਣੇ ਪੁੱਤ ਬਣਾ ਕੇ ਬੁਲਾਵਾਂਗੇ, ਠੀਕ ਹੈ ਜੀ। ਬਈ ਅਸੀਂ ਪਹਿਲਾਂ ਜਾਵਾਂਗੇ। ਹਾਂਜੀ ਭਾਵ ਮੇਨ ਪਾਵਰ ਦੁਨੀਆ ਦੀ, ਅਕਾਲ ਪੁਰਖ ਸਾਰੇ ਸੰਸਾਰ ਦੀ
ਜੋ ਧਰਤੀ ਤੇ ਆਈ, ਆਪ ਉਹਨਾਂ ਦੇ ਨਾਲ ਸਾਰੀਆਂ ਹਾਂਜੀ ਤਾਕਤਾਂ ਜਿਹੜੀਆਂ ਜੀ 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 ਉਹ ਇਸ ਧਰਤੀ ਤੇ ਆਈਆਂ। ਗੁਰੂ ਨਾਨਕ ਮਹਾਰਾਜ ਲਈ ਬਾਣੀ ਵਿੱਚ ਬਚਨ ਆਉਂਦੇ, ਆਪ ਨਾਰਾਇਣ ਕਲਾਧਾਰ ਜਗ ਮਹਿ ਪਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਬਈ ਆਪ ਨਾਰਾਇਣ ਆਪ ਅਕਾਲ ਪੁਰਖ ਇਸ ਧਰਤੀ ਤੇ ਆਏ ਹਾਂਜੀ ਤੇ ਉਹਨਾਂ ਦੇ ਨਾਲ ਫਿਰ ਸਾਰੀਆਂ ਇਹ ਤਾਕਤਾਂ ਆਈਆਂ। ਤੇ ਅਗਲਾ ਸਵਾਲ ਆਪ ਜੀ ਦਾ ਕਿ ਉਹਨਾਂ ਨੇ ਬਾਹ ਵੱਡੀ ਕਰਕੇ ਬਾਬਾ ਲਖਮੀ ਚੰਦ ਜੀ ਦੇ ਬੇਟੇ ਨੂੰ ਕਿਉਂ ਫੜਿਆ? ਹਾਂਜੀ ਇਹ ਕਾਰਨ ਬਣਿਆ ਸੀ ਜੀ, ਬਾਬਾ ਲਖਮੀ ਚੰਦ ਜੀ ਸਨ ਨਾ ਜਿਹੜੇ, ਉਹ ਸ਼ਿਕਾਰ ਕਰਿਆ ਕਰਦੇ ਜੀ ਸੀ ਜੀ ਜੀ ਜੀਵਾਂ ਦਾ, ਜੰਤੂਆਂ ਦਾ। ਹਾਂਜੀ ਹਾਂਜੀ ਜਦੋਂ ਸ਼ਿਕਾਰ ਕਰਦੇ ਤੇ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਵੀ ਭਰਾਤਾ ਤੁਹਾਨੂੰ ਇਹਦਾ ਲੇਖਾ ਦੇਣਾ ਪੈਣਾ, ਜੀ 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 ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ, ਹਾਂਜੀ ਹਾਂਜੀ ਹਨਾ ਜੀ, ਘਟ ਘਟ ਮੇ ਹਰ ਜੂ ਬਸੇ ਆਪਾਂ ਵੀ ਸਾਰੇ ਕਹਿੰਦੇ ਆ ਹਾਂਜੀ ਹਾਂਜੀ ਬਈ ਤੁਹਾਨੂੰ ਇਹਦਾ ਲੇਖਾ ਦੇਣਾ ਪੈਣਾ। ਜੀ ਜੀ ਜਦੋਂ ਲੇਖਾ ਦੇਣਾ ਪੈਣਾ ਤੇ ਉਹ ਫਿਰ ਬਾਬਾ ਲਖਮੀ ਚੰਦ ਜੀ ਕਹਿੰਦੇ ਵੀ ਆਪਾਂ ਪਹਿਲਾਂ ਲੇਖਾ ਦੇ ਕੇ ਆਉਣੇ, ਹੁਣੇ ਹੀ ਚੱਲ ਜਾਣਾ, ਜੀ 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 ਹਨਾ, ਮਨ ਤੇ ਕਿਉਂਕਿ ਠੋਕਰ ਲੱਗ ਗਈ। ਮਨ ਤੇ ਠੋਕਰ ਲੱਗੀ। ਹਾਂਜੀ ਪਾਵਰਾਂ ਦੇ ਮਾਲਕ ਜੀ ਜੀ ਗੁਰੂ ਨਾਨਕ ਮਹਾਰਾਜ ਦੇ ਪੁੱਤਰ ਹਾਂਜੀ ਹਾਂਜੀ 208 ਪਿਆਰੇ ਦੇਖ ਰਹੇ ਜੀ, ਅੱਛਾ ਜੀ, ਬਹੁਤ ਬਹੁਤ ਧੰਨਵਾਦ। ਅੱਗੇ ਸ਼ੇਅਰ ਕਰੋ। ਹੂੰ, ਤੇ ਕਹਿੰਦੇ ਜਿੰਨੇ ਜੀਵ ਸੀ ਨਾ ਸਾਰਿਆਂ ਨੂੰ ਨਾਲ ਲੈ ਤੁਰੇ, ਆਤਮਾਵਾਂ ਜਿੰਨੀਆਂ ਸੀ। ਹਾਂਜੀ ਹਾਂਜੀ ਹੁਣ ਮਹਾਰਾਜ ਨੇ 3 ਲੋਕਾਂ ਦੀ ਗੱਲ ਕੀਤੀ ਆ, ਹਾਂਜੀ ਆਪਾਂ ਨੂੰ ਤਾਂ ਆਹੀ ਲੋਕ ਦੀਦਾ, ਹਾਂਜੀ 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 ਮੈਨੂੰ ਇਹ ਨਹੀਂ ਪਤਾ ਮੇਰੇ ਪਿੱਛੇ ਕੀ ਹੋ ਰਿਹਾ, ਜੀ 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 ਪਰ ਅਕਾਲ ਪੁਰਖ ਨੂੰ ਇੱਕ ਇੱਕ ਸਕਿੰਟ ਇੱਕ ਇੱਕ ਛਿੰਚ ਸਭ ਦਾ ਪਤਾ ਕੀ ਕਰ ਰਿਹਾ ਨਾ, ਹਾਂਜੀ ਹਾਂਜੀ ਹਨਾ, ਉੱਥੇ ਸੱਚੋ ਹੀ ਸੱਚ ਨਿਬੜਿਆ। ਹਾਂਜੀ, ਤਾਂ ਜਦੋਂ ਲੇਖਾ ਦੇਣ ਤੁਰੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਵਿਆਹ ਨਹੀਂ ਸੀ ਕਰਵਾਇਆ, ਠੀਕ ਹੈ ਜੀ, ਬ੍ਰਹਮਚਾਰੀ ਸੀਗੇ, ਹਾਂਜੀ ਹਾਂਜੀ ਵਿਅੰਗਮ ਵੀ ਕਹਿ ਲਿਆ ਜਾਂਦਾ, ਹਾਂਜੀ ਹਾਂਜੀ ਉਹ ਬ੍ਰਹਮਚਾਰੀ ਸੀਗੇ, ਵਿਅੰਗਮ ਸੀਗੇ। ਜੀ ਜੀ ਉਹਨਾਂ ਨੇ ਆਨੰਦ ਕਾਰਜ ਨਹੀਂ ਸੀ ਕਰਾਇਆ ਤੇ ਜਦੋਂ ਸਾਰਾ ਪਰਿਵਾਰ ਲੇਖਾ ਦੇਣ ਸੱਚਖੰਡ ਨੂੰ ਜਾ ਰਿਹਾ ਹੈ, ਪਤਾ ਜੀ ਪ੍ਰਲੋਕ ਨੂੰ ਜਾ ਰਿਹਾ, ਹਾਂਜੀ ਤੇ ਬਾਬਾ ਸ਼੍ਰੀ ਚੰਦ ਸਾਹਿਬ ਨੇ ਤਾਂ ਬਾਹ ਯੋਜਨ 14 ਕਿੰਨੀ 14 ਯੋਜਨ ਲਿਖਿਆ ਜੀ, ਹਾਂਜੀ 14 ਯੋਜਨ ਉੱਚੀ ਕੀਤੀ। ਗੁਰਦੁਆਰਾ ਟਾਹਲੀ ਸਾਹਿਬ ਹੈ ਬਟਾਲੇ ਏਰੀਏ ਦੇ ਵਿੱਚ, ਹਾਂਜੀ ਹਾਂਜੀ ਕਿ ਭਰਾਤਾ ਤੁਸੀਂ ਸਾਰਾ ਪਰਿਵਾਰ ਚੱਲੇ ਹੋ, ਪਿਤਾ ਜੀ ਦੀ ਕੁੱਲ ਨਹੀਂ ਚੱਲੇਗੀ ਗਾਹਾਂ, ਜੀ 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 ਬਈ ਆਪ ਜੀ ਪਿਤਾ ਜੀ ਦੀ ਕੁੱਲ ਚੱਲਦੀ ਰਹਿਣ ਵਾਸਤੇ ਆਪਣੇ ਭਤੀਜੇ ਨੂੰ ਆਪਣੇ ਪੁੱਤਰ ਨੂੰ ਛੱਡੋ, ਸਾਡੇ ਭਤੀਜੇ ਨੂੰ। ਜੀ ਜੀ ਫਿਰ ਉਹਨਾਂ ਨੇ ਤਾਂ ਕਰਕੇ ਜਿਹੜਾ ਹੈ ਬਾਬਾ ਲਖਮੀ ਚੰਦ ਜੀ ਦੇ ਘੋੜੇ ਤੋਂ ਉਹਨਾਂ ਦੇ ਪੁੱਤਰ ਆਪਣੇ ਭਤੀਜੇ ਧਰਮਚੰਦ ਜੀ ਨੂੰ ਲਾਇਆ, ਧਰਤੀ ਤੇ ਲਾਇਆ। ਤੇ ਅੱਜ ਜਿਹੜੀ ਵੰਸ਼ ਚੱਲਦੀ ਨਾ ਜੀ, ਬੇਦੀ ਵੰਸ਼, ਹਾਂਜੀ ਹਾਂਜੀ ਬਾਬਾ ਸਰਬਜੋਤ ਸਿੰਘ ਜੀ ਬੇਦੀ ਹਾਂਜੀ ਹਾਂਜੀ ਊਨੇ ਵਾਲੇ, ਠੀਕ ਹੈ, ਇਹ ਉਸੇ ਪਰਿਵਾਰ ਦੀ 17ਵੀਂ ਸ਼ਾਇਦ ਕੁੱਲ ਬਾਬਾ ਜੀ ਦੀ ਚੱਲਦੀ ਹੈ। ਜੀ ਜੀ ਤੇ ਉਹ 10ਵੇਂ ਪਾਤਸ਼ਾਹ ਨੇ ਜਿਹੜਾ ਸ਼੍ਰੀ ਸਾਹਿਬ ਫਿਰ ਉਸ ਕੁੱਲ ਨੂੰ ਭੇਟ ਕੀਤਾ ਸੀ ਆਪਣਾ, ਹਾਂਜੀ ਉਹ ਵੀ ਬਾਬਾ ਸਰਬਜੋਤ ਸਿੰਘ ਬੇਦੀ ਜੀ ਦੇ ਪਹਿਨਿਆ ਹੋਇਆ ਹੈ, ਜੀ ਜੀ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਅੰਮ੍ਰਿਤ ਛਕੋ। ਹਾਂਜੀ ਤੇ ਬੇਦੀ ਵੰਸ਼ ਫਿਰ ਜਦੋਂ ਹੁਣ ਮੁਖੀ ਹੁੰਦਾ ਜਿਹੜਾ ਬੇਦੀ ਵੰਸ਼ ਦਾ, ਹਾਂਜੀ ਹਾਂਜੀ ਉਹ ਸ਼੍ਰੀ ਸਾਹਿਬ ਪਹਿਨਦਾ ਫਿਰ ਠੀਕ, ਮਹਾਰਾਜ ਵਾਲੀ। ਠੀਕ ਹੈ, ਇਹ ਉਹ ਸੀਗਾ ਜੀ ਆਪ ਜੀ ਦਾ ਸਵਾਲ। ਹਾਂਜੀ ਤੇ ਇਹ ਆ ਤੁਹਾਡੇ ਜਿਹੜੀ ਬੇਨਤੀ ਸੀ, ਅਸੀਂ ਉਹਨੂੰ ਆਪ ਜੀ ਦੇ ਚਰਨਾਂ ਦੇ ਵਿੱਚ ਅਸੀਂ ਕਹਿਣ ਦਾ ਯਤਨ ਕੀਤਾ ਜੀ। ਤੇ ਜਿੰਨੇ ਵੀ ਸੰਗਤ ਨੇ ਫਤਿਹ ਭੇਜੀ ਹੈ ਜੀ, ਹੈਰੀ ਜੀ ਕਹਿੰਦੇ ਆ 250 ਸਰੀਰ ਦਿਖ ਰਿਹਾ ਜੀ, ਹਾਂਜੀ ਚੜ੍ਹਦੀ ਕਲਾ 'ਚ ਹੋਰ ਸ਼ੇਅਰ ਕਰੋ ਜੀ। ਜਿੰਨੇ ਸ਼ੰਕੇ ਹੈਗੇ ਨਾ ਕਿਸੇ ਦੇ ਮਨ 'ਚ, ਜਾਂ ਕੋਈ ਭੁਲੇਖੇ ਜਾਂ ਕੋਈ ਇਤਿਹਾਸ ਦੀ ਗੱਲ, ਅਸੀਂ ਦੱਸਣ ਨੂੰ ਬੈਠੇ ਅੱਜ। ਸਟੇਜਾਂ ਤੇ ਆ ਸ਼ਾਂਕੇ ਨਹੀਂ ਨਿਕਲਣੇ ਬਾਬਾ ਜੀ ਇਦਾਂ ਆਪਣੇ ਕੋਲ ਟਾਈਮ ਹੀ ਨਹੀਂ ਨਾ, ਸੰਗਤ ਕੋ ਨਾ ਆਪਣੇ ਕੋ। ਹਾਂਜੀ ਹਾਂਜੀ ਉੱਥੇ ਲੋਕ ਈਰਖਾ ਵਸ ਹੋ ਜਾਂਦੇ, ਉਹਨਾਂ ਨੂੰ ਦੂਜਾ ਪੱਖ ਨਹੀਂ ਪਤਾ ਹੁੰਦਾ। ਬਸ ਮੰਨ ਲਓ ਹੁਣ ਮੈਂ ਪ੍ਰਮਾਣ ਦਿੰਨਾ ਜੀ, ਆ ਗੱਡੀ ਦੀ ਚਾਬੀ ਹੈ ਨਾ, ਇੱਕ ਪਾਸੇ ਤਾਂ ਗੱਡੀ ਦਾ ਲੋਗੋ ਲੱਗਾ ਜੀ, ਹਾਂਜੀ 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 ਸਵਾਨੀ ਵਾਲਿਆਂ ਦਾ, ਸੁਜ਼ੂਕੀ ਵਾਲਿਆਂ ਦਾ, ਹਾਂਜੀ ਪਰ ਇਹਦੇ ਦੂਜਾ ਪਾਸਾ ਵੀ ਆ ਨਾ, ਬਟਨ ਵੀ ਲੱਗੇ ਆ ਲੌਕ ਖੋਲਣ ਵਾਸਤੇ। ਹਾਂਜੀ 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 ਇਦਾਂ ਹੀ ਜਦੋਂ ਇੱਕ ਗੱਲ ਸੁਣਦੇ ਆ, ਉਹਦਾ ਦੂਜਾ ਪੱਖ ਹੁੰਦਾ ਜੀ, ਹਾਂਜੀ 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 ਉਹ ਆਪਾਂ ਸੁਣਦੇ ਨਹੀਂ, ਉਹ ਸੁਣ ਤਾਂ ਸ਼ੰਕੇ ਪੈਦਾ ਹੋ ਜਾਂਦੇ ਆ। ਜੀ ਜੀ ਹੁਣ ਇੱਥੇ ਹੈਰੀ ਜੀ ਲਿਖਦੇ ਆ, ਲੋਕ ਕਹਿੰਦੇ ਆ ਸ਼੍ਰੀ ਚੰਦ ਜੀ ਬਾਬੇ ਦੀ ਔਲਾਦ ਵਿਗੜ ਗਈ ਸੀ, ਅੱਛਾ ਤੇ ਇੱਕ ਪਾਸੇ ਅਸੀਂ ਕਹਿੰਨੇ ਆ ਗੁਰਬਾਣੀ 21 ਕੁਲਾਂ ਤਾਰ ਦਿੰਦੀ ਆ। ਹਾਂਜੀ ਫਿਰ ਬਾਬੇ ਨੇ ਤਾਂ ਗੁਰਬਾਣੀ ਖੁਦ ਲਿਖੀ ਆ, ਜੀ ਜੀ ਉਹਨਾਂ ਦੇ ਪੁੱਤ ਕਿਵੇਂ ਨਲਾਇਕ ਹੋ ਸਕਦੇ ਆ? ਜੀ 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 ਇਹ ਸਭ ਅਕਾਲ ਹਾਂਜੀ, ਦੇ ਹੁਕਮ 'ਚ ਹੋਇਆ। ਜੀ ਦੇਖੋ ਜੀ, ਮੈਂ ਇੱਥੇ ਇੱਕ ਬੇਨਤੀ ਕਰਦਾ ਹੈਰੀ ਜੀ, ਤੁਹਾਡੀ ਗੱਲ ਬਿਲਕੁਲ ਠੀਕ ਆ। ਬਾਣੀ ਦਾ ਹੀ ਬਚਨ ਹੈ, ਜਿਚਰ ਪੂਰਬ ਦੇਵਣਾ ਜਿਸ ਕੀ ਵਸਤ ਕਿਸੇ ਘਰ ਆ ਤਿਸੇ ਘਰ ਆਵੇ। ਜੀ ਜੀ ਕਹਿੰਦੇ ਗੁਰੂ ਸਾਹਿਬ ਨੇ ਲਿਖਿਆ ਹੁੰਦਾ ਕਿ ਇਹਨੂੰ ਕੀ ਵਸਤ ਦੇਣੀ ਹੈ। ਹਾਂਜੀ ਹਾਂਜੀ ਹੁਣ ਤੁਸੀਂ ਦੇਖੋ, ਕਈ ਵਾਰੀ ਪਰਿਵਾਰ 'ਚ 2 ਪੁੱਤ ਹੁੰਦੇ ਆ ਜੀ, ਜੀ 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 ਇੱਕ ਅਮਲੀ ਬਣ ਜਾਂਦਾ, ਹਾਂਜੀ ਹਾਂਜੀ ਇੱਕ ਕੈਨੇਡਾ ਜਾ ਕੇ ਤਰੱਕੀ ਬਹੁਤ ਕਰਦਾ। ਜੀ, ਜੀ, ਜੀ। ਹੁਣ ਪੇ ਵੀ ਇੱਕ ਹੈ, ਹਾਂਜੀ ਹਾਂਜੀ ਹੈ ਹੁਣ ਮਾਂ ਵੀ ਇੱਕੋ ਹੀ ਹੈ, ਜੀ ਜੀ ਪਰ ਉਹਨਾਂ ਦੇ ਕਰਨੀ ਵਿੱਚ ਫਰਕ ਪੈ ਗਿਆ। ਜੀ 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 ਕਿਉਂ ਜੀ? ਹਾਂਜੀ ਇਸ ਕਰਕੇ ਉਹਦੇ ਹੁਕਮ ਤੋਂ ਬਿਨਾਂ ਤਾਂ ਕੁਝ ਨਹੀਂ ਹੁੰਦਾ ਜੀ। ਜੀ ਜੀ
ਤੇ ਕਿਤੇ ਪਰ ਨੋਟ ਵੀ ਨਹੀਂ ਮਿਲਦਾ। ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਹਨਾ। ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿੱਥੇ ਤੱਕ ਇਹ ਵਿਗੜ ਗਈ, ਕਹਿੰਦੇ ਨਾ ਜੀ, ਆਪਾਂ ਰਮਤਾ ਵਿੱਚ ਗੱਲ ਕੀਤੀ ਸੀਗੀ, ਮੈਂ ਫੇਰ ਦੁਬਾਰਾ ਕਰਦਾ ਜੀ। ਅਮਰ ਸਿੰਘ ਜੀ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਤੇ ਕਿੰਤੂ ਕਰਕੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੂੰ ਅਧੂਰਾ ਸਾਬਤ ਕਰਨ ਤੇ ਜ਼ੋਰ ਲੱਗਾ ਆ। ਬਸ ਇਹੀ ਆ ਨਾ ਗੱਲ, ਮਿਸ਼ਨਰੀ ਤੇ ਢੱਡਰੀ ਲਾਣੇ ਦਾ, ਹਨਾ ਜੀ। ਗੱਲ ਤਾਂ ਇਹ ਅਸੀਂ ਰੰਭਤਾ ਚ ਅਮਰ ਸਿੰਘ ਜੀ ਕੀਤੀ ਆਪ ਜੀ ਵਾਲੀ। ਲੀਲਾ ਗੁਰੂ ਸਾਹਿਬਾਨ ਦੀ ਦੁਸ਼ਮਣਾਂ ਨੂੰ ਪਾਣੀ ਪਿਲਾਉਣ ਵਾਲੇ ਕਨਈਆ ਜੀ ਨੂੰ ਗਲ ਬੱਕੜੀ ਵਿੱਚ ਲਿਆ। ਬਿਲਕੁਲ ਬਿਲਕੁਲ ਜੀ, ਬਹੁਤ ਧੰਨਵਾਦ ਧੰਨਵਾਦ। ਬੜੀ ਸੰਗਤ ਦੇ ਕਮੈਂਟ ਆ ਰਹੇ ਆ ਜੀ। ਅਸੀਂ ਉਹ ਥੋੜਾ ਜਿਹਾ ਤਾਂ ਮੈਂ ਉੱਪਰੋਂ ਸਵਾਲਾਂ ਦੇ ਜਵਾਬ ਦੇਣ ਲੱਗ ਗਿਆ ਸੀਗਾ, ਤਾਂ ਥੋੜਾ ਜਿਹਾ ਥੱਲੇ ਤੱਕ ਨਹੀਂ ਆ ਹੋਇਆ। ਧੰਨਵਾਦ ਜੀ ਸਰਦਾਰ ਸੁਖਦੇਵ ਸਿੰਘ ਜੀ, ਰਾਜਵੀਰ ਸਿੰਘ ਜੀ, ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਧੰਨਵਾਦ। ਦੇਖੋ ਹੁਣ ਸੰਗਤ ਕਿੰਨਾ ਪਿਆਰ ਕਰਦੀ ਆ ਬਾਬਾ ਸ਼੍ਰੀ ਚੰਦ ਜੀ ਨੂੰ। ਜਿਹੜੇ ਸ਼ੰਕਿਆ ਵਾਲੇ, ਜਿਹੜੇ ਦੁਬਿਧਾ ਵਾਲੇ ਆ, ਉਹ ਤਾਂ 2-4 ਹੁੰਦੇ ਆ ਜੀ। ਹਾਂਜੀ ਹਾਂਜੀ। ਆਪਾਂ ਬਾਣੀ ਦੀ ਉਸ ਪੰਕਤੀ ਤੇ ਵੀ ਆਵਾਂਗੇ ਜੀ, ਭਾਈ ਸਤ ਬਲਵੰਡ ਜੀ ਦੀ ਵਾਰ, ਜੀ ਜੀ ਜੀ, ਹਨਾ ਜੀ, ਜਿੱਥੇ ਕਿਹਾ ਜਾਂਦਾ ਪੁੱਤਰੀ ਕੌਲ ਨਾ ਪਾਲਿਓ। ਹਾਂਜੀ ਹਾਂਜੀ। ਉਹ ਆਪਾਂ ਬਹੁਤ ਫਰਕ ਆ, ਉਹ ਆਪਾਂ ਵਿਆਕਰਨ ਦੇ ਹਿਸਾਬ ਨਾਲ ਗੱਲ ਕਰਨੀ ਆ। ਹਾਂਜੀ ਹਾਂਜੀ। ਮਦਨ ਸਿੰਘ ਜੀ, ਵਾਹ ਜੀ ਵਾਹ, ਚਮਿਆਰੀ ਤੋਂ ਜੀ। ਅੱਛਾ ਜੀ, ਸਿੰਘ ਸਾਹਿਬ ਮਦਨ ਸਿੰਘ ਜੀ, ਅੱਛਾ ਅੱਛਾ, ਬਹੁਤ ਜੀ ਆਇਆਂ ਨੂੰ ਧੰਨਵਾਦ ਜੀ। ਸੋ ਮੈਂ ਗੱਲ ਕਰਾਂ ਜੀ, ਹੁਣ ਕਰੀਏ ਸ਼ੁਰੂ ਆਪਾਂ। ਸਵਾਲ ਤਾਂ ਜਿੰਨੇ ਸੀ ਆਪਾਂ 2-4 ਸਵਾਲਾਂ ਦੇ ਜਵਾਬ ਦੇ ਦਿੱਤੇ ਆ। ਹਾਂਜੀ ਹਾਂਜੀ। ਹੋਰ ਵੀ ਕਿਸੇ ਦਾ ਕੋਈ ਮਨ ਚ ਹੋਵੇ ਤਾਂ ਪੁੱਛਿਓ। ਹੁਣ ਬਾਬਾ ਸ਼੍ਰੀ ਚੰਦ ਸਾਹਿਬ ਜੀ ਕੇਵਲ 3-4 ਸਾਲ ਦੀ ਉਮਰ ਸੀ ਜਦੋਂ ਚੌਂਕੜਾ ਮਾਰ ਕੇ ਬੈਠਣ ਲੱਗ ਗਏ। ਜੀ। ਗੁਰੂ ਨਾਨਕ ਮਹਾਰਾਜ ਜੀ ਉਦਾਸੀਆਂ ਤੇ ਜਦੋਂ ਗਏ ਆ, ਜੀ ਜੀ, ਉਦੋਂ ਦੋਨੇ ਜਿਹੜੇ ਪੁੱਤਰ ਸੀ, ਜੀ ਜੀ, ਬਹੁਤ ਛੋਟੀ ਛੋਟੀ ਉਮਰ ਦੇ ਸੀ। ਹਾਂਜੀ। ਤੇ ਬਾਬਾ ਕਮਲੀਆ ਜੀ, ਜਿਹੜੇ ਬਾਬਾ ਕਮਲੀਆ ਜੀ ਸੀ, ਉਹ ਸੁਲਤਾਨਪੁਰ ਸਾਹਿਬ ਮਲਸੀਆਂ ਤੇ, ਜਿਹੜਾ ਨਕੋਦਰ ਮਲਸੀਆਂ ਆ, ਜੀ ਜੀ, ਉੱਥੇ ਵੀ ਗੁਰਦੁਆਰਾ ਦਮਦਮਾ ਸਾਹਿਬ ਹੈ, ਉੱਥੇ ਬਾਬਾ ਕਮਲੀਆ ਜੀ ਦੇ ਨਾਮ ਤੇ ਵੀ ਬਣਿਆ। ਹਾਂਜੀ ਹਾਂਜੀ। ਉੱਥੋਂ ਚੱਲ ਕੇ ਸੁਲਤਾਨਪੁਰ ਸਾਹਿਬ ਸੇਵਾ ਕਰਨ ਜਾਇਆ ਕਰਦੇ ਸੀ। ਠੀਕ ਹੈ ਜੀ। ਬਾਬਾ ਕਮਲੀਆ ਜੀ। ਤੇ ਜਦੋਂ ਜਾਂਦੇ ਸੀ ਤਾਂ ਗੁਰੂ ਨਾਨਕ ਮਹਾਰਾਜ ਨੇ ਜਦੋਂ ਉਦਾਸੀਆਂ ਤੇ ਜਾਣਾ ਸੀ, ਹਾਂਜੀ, ਉਸ ਵੇਲੇ ਬਾਬਾ ਕਮਲੀਆ ਜੀ ਦੀ ਡਿਊਟੀ ਲਾਈ ਵੀ ਤੁਸੀਂ ਇਹਨਾਂ ਮੇਰੇ ਪੁੱਤਰਾਂ ਦਾ ਖਿਆਲ ਰੱਖਣਾ, ਹਰ ਵੇਲੇ ਨਾਲ ਰਹਿਣਾ। ਹਾਂਜੀ। ਸਤ ਵਚਨ ਕੁਲਦੀਪ ਸਿੰਘ ਜੀ, ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਕਰਮਜੀਤ ਸਿੰਘ ਜੀ ਕਹਿੰਦੇ ਆ, ਵਾਹਿਗੁਰੂ ਜੀ, ਸਾਨੂੰ ਪਹਿਲਾਂ ਪੂਰੀ ਤਰ੍ਹਾਂ ਇਤਿਹਾਸ ਪੜ੍ਹਨਾ ਚਾਹੀਦਾ, ਸਾਨੂੰ ਤਰਕ ਨਹੀਂ ਕਰਨਾ ਚਾਹੀਦਾ, ਸਾਨੂੰ ਭਰੋਸਾ ਚਾਹੀਦਾ ਬਾਣੀ ਉੱਪਰ। ਬਿਲਕੁਲ ਸਹੀ। ਧੰਨਵਾਦ ਜੀ, ਧੰਨਵਾਦ। ਦੇਖੋ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਜਿੰਨੀ ਸੰਗਤ ਆ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ। ਅਸੀਂ ਕਿੰਨੇ ਉਦਾਸੀ ਸਾਧੂਆਂ ਦੇ ਅਸਥਾਨਾਂ ਤੇ ਗਏ ਜੀ। ਜੀ ਜੀ ਜੀ। ਬਾਬਾ ਸ਼੍ਰੀ ਚੰਦ ਜੀ ਦੇ ਅਸਥਾਨਾਂ ਤੇ ਕੀਰਤਨ ਕਰਨ ਗਏ ਆ। ਹਾਂਜੀ। ਤੇ ਮੈਨੂੰ ਲੱਗਦਾ ਵੀ ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਹੋ ਰਿਹਾ, ਜਿੰਨੇ ਕੁ ਥਾਂ ਆਪਾਂ ਗਏ ਆ। ਹਾਂਜੀ ਹਾਂਜੀ। ਅਸੀਂ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ। ਹਾਂਜੀ ਹਾਂਜੀ। ਵਿੱਚ ਕਮੈਂਟ ਆਇਆ ਜੀ, ਸਰਦਾਰ ਨਰਵੈਰ ਸਿੰਘ ਜੀ ਨੇ ਅਗਲੀ ਗੱਲ ਕੀਤੀ ਆ, ਮੈਂ ਦੇਖਿਆ ਉਹ ਦੱਸ ਰਿਹਾ ਵਾ ਕਿ ਕੁਛ ਥਾਵਾਂ ਤੇ ਬਾਬਾ ਸ਼੍ਰੀ ਚੰਦ ਜੀ ਦੀ ਗੱਦੀ ਆਉਂਦੀ ਤੇ ਮੈਂ ਦੇਖਿਆ ਕਿ ਕੁਛ ਬਾਬੇ ਅਲੱਗ ਤੋਂ ਮੱਥਾ ਟਿਕਾਉਂਦੇ। ਦੇਖੋ ਇਹ ਤਾਂ ਹੁਣ ਬਾਬੇ ਸ਼੍ਰੀ ਚੰਦ ਸਾਹਿਬ ਦਾ ਕਸੂਰ ਨਹੀਂ ਹੈਗਾ ਨਰਵੈਰ ਸਿੰਘ ਜੀ। ਜੀ ਜੀ ਜੀ। ਜੇ ਗੁਰੂ ਦੀ ਹਜ਼ੂਰੀ 'ਚ ਜਾਂ ਵੱਖਰੇ ਗੱਲ ਕਰਦੇ, ਇਹ ਤਾਂ ਆਪਾਂ ਅਗਲੇ ਦਿਨਾਂ 'ਚ ਵੀ ਗੱਲ ਕਰਦੇ ਸੀ ਨਾ। ਤੇ ਮੈਂ ਇੱਕ ਦੂਜਾ ਬਾਬਾ ਦੇਖਿਆ ਜਿਹਦੇ 'ਚ ਇਹਨਾਂ ਦੀ ਗੱਦੀ ਆਉਂਦੀ ਆ। ਉਹ ਏਦਾਂ ਨਹੀਂ ਸਿਰ ਆਉਂਦੇ ਹੁੰਦੇ ਬਾਬਾ ਜੀ, ਉਹ ਆਪਾਂ ਕੱਲ ਤਾਂ ਗੱਲ ਕਰਕੇ ਹਟੇ ਸ਼ਹੀਦਾਂ ਸਿੰਘਾਂ ਦੀ। ਹਜੇ ਹਰ ਟਾਈਮ ਫੋਰਨ ਦੇ ਵੀਜ਼ੇ ਤੇ ਬਾਹਰ ਦੇ ਵਿਦੇਸ਼ਾਂ 'ਚ ਪੱਕੇ ਕਰਾਉਣ ਲਈ ਮੱਥੇ ਟਿਕਾਉਂਦੇ ਆ। ਜੀ ਜੀ। ਮੈਨੂੰ ਇਸ ਚੀਜ਼ ਬਾਰੇ ਦੱਸੋ ਜੀ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਬਿਨਾਂ ਕਿਸੇ ਸਮਝ ਦਾ ਮੈਂ ਕਿਸੇ ਦੀ ਨਿੰਦਾ ਕਰਾਂ। ਜੀ ਜੀ। ਨਹੀਂ ਨਹੀਂ ਨਰਵੈਰ ਸਿੰਘ ਜੀ, ਬਿਲਕੁਲ ਜਿਹੜੀ ਗੱਲ ਮਨ 'ਚ ਹੋਵੇ ਨਾ ਜੀ, ਉਹ ਗੱਲ ਕਰਨੀ ਚਾਹੀਦੀ ਆ। ਹਾਂਜੀ। ਵਾਹ ਜੀ ਵਾਹ। ਗੁਰਕੀਰਤ ਸਿੰਘ ਜੀ ਕਹਿੰਦੇ ਕੁੱਤੇ ਭੌਂਕਦੇ ਭੌਂਕੀ ਜਾਣ, ਜੇ ਕੋਈ ਨਿੰਦਿਆ ਕਰਦਾ। ਅਸੀਂ ਤਾਂ ਉਹਨਾਂ ਦੀ ਫੋਟੋ ਦਿਲ ਤੇ ਬਣਾਈ ਆ, ਅਸੀਂ ਤਾਂ ਉਹਨਾਂ ਦੀ ਫੋਟੋ ਆਪਣੇ ਦਿਲ ਤੇ ਬਣਾਈ ਹੋਈ ਆ ਨਾ, ਹਿੱਕ ਤੇ ਬਣਾਈ ਹੋਈ ਆ। ਹਾਂਜੀ ਹਾਂਜੀ। ਵਾਹ ਜੀ ਵਾਹ। ਬਾਬਾ ਕਰਨਦਾਸ ਜੀ, ਹਾਂਜੀ, ਆਓ ਜੀ ਆਓ, ਸਾਰੇ ਜੁੜੋ ਜੀ। ਤੇ ਨਰਵੈਰ ਸਿੰਘ ਜੀ ਦਾ ਕੀ ਸਵਾਲ ਸੀ ਜਿਹੜਾ ਮੈਂ ਪੜ੍ਹਦਾ ਸੀ? ਹਾਂਜੀ, ਨਰਵੈਰ ਸਿੰਘ ਜਿਹੜੇ ਗੱਦੀ ਲਾਉਂਦੇ ਬਾਬਾ ਜੀ, ਉਹ ਪਤਾ ਕੀ ਗੱਲ ਹੁੰਦੀ ਆ, ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜੇ ਤਾਂ ਕੋਈ ਸਾਧੂ ਜਨ ਅਰਦਾਸ ਕਰੇ ਵੀ ਮਹਾਰਾਜ ਇਸ ਬੱਚੇ ਨੂੰ ਬਾਹਰ ਭੇਜੋ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀ ਕਰੋ, ਹਨਾ,
ਉਹ ਚ ਤਾਂ ਕੁਝ ਗਲਤ ਨਹੀਂ ਹੈਗਾ। ਹਾਂਜੀ ਹਾਂਜੀ ਜਿੱਥੇ ਕਹਿਣਾ ਕਿ ਮੈਂ ਭੇਜ ਦਊਂ, ਮੈਂ ਭੇਜ ਦੂੰ, ਮੈਂ ਤੁਹਾਨੂੰ ਮੁੰਡਾ ਦੇ ਦਊਂ, ਹਾਂਜੀ ਉਹ ਤਾਂ ਆਪਾਂ ਕੱਲ ਹੀ ਗੱਲ ਕਰਦੇ ਨੇ। ਕੱਲ ਦਾ ਵਿਸ਼ਾ ਦੇਖਿਓ ਆਪਣਾ, ਪਿੱਛੇ ਜਾ ਕੇ ਐਪੀਸੋਡ ਆਪਣਾ 7ਵਾਂ ਸੀ ਕੱਲ, ਉਹ ਸਾਰਾ ਇਸੇ ਗੱਲ ਤੇ ਹੀ ਆਪਾਂ ਬੋਲੇ ਹੋਏ ਆ। ਇਹ ਤਾਂ ਐਵੇਂ ਇੱਕ ਪਖੰਡ ਆ ਨਾ। ਤਾਂ ਅਸਲ ਜਿਹੜੇ ਮਹਾਂਪੁਰਸ਼ ਉਦਾਸੀ ਵੀ ਆ, ਨਿਰਮਲੇ ਵੀ ਆ, ਇਹ ਕਦੇ ਨਹੀਂ ਕਹਿਣਗੇ ਮੈਂ ਕਰਾਂਗਾ ਆਹ ਕੰਮ। ਉਹ ਤਾਂ ਕਹਿੰਦੇ ਤੁਸੀਂ ਵੀ ਅਰਦਾਸ ਕਰੋ, ਉਹ ਕਹਿੰਦੇ ਤੁਸੀਂ ਵੀ ਅਰਦਾਸ ਕਰੋ, ਅਸੀਂ ਵੀ ਕਰਾਂਗੇ। ਤੇ ਸੋਨੂ ਜੀ ਕਹਿੰਦੇ ਆ ਅੱਜ ਕੱਲ ਤਾਂ ਪ੍ਰਚਾਰਕ ਹੀ ਸ਼ੰਕੇ ਖੜੇ ਕਰੀ ਜਾ ਰਹੇ ਹਨ। ਨੇਕੀ ਜਾਂ ਢੰਡਰੀ ਨੂੰ ਸੁਣ ਲਓ, ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਮੈਂ ਕੱਲ ਕੀ ਕਿਹਾ ਸੀ ਤੇ ਅੱਜ ਕੀ ਕਹਿ ਰਿਹਾ। ਬਿਲਕੁਲ ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਬਾਬਾ ਜਸਪਾਲ ਸਿੰਘ ਜੀ ਕਹਿੰਦੇ ਜਿੰਨਾ ਅਸੀਂ ਵੱਧ ਪੜ੍ਹ ਲਿਖ ਗਏ ਆ ਉਨਾ ਅਸੀਂ ਸ਼ੰਕਾਵਾਦੀ ਵੀ ਹੋ ਗਏ। ਬਿਲਕੁਲ ਜੀ। ਅਮਰ ਸਿੰਘ ਜੀ ਕਹਿੰਦੇ ਆ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਦਾ ਖੁਦ ਸਤਿਕਾਰ ਪਿਆਰ ਕਰਦੇ ਸਨ। ਹਾਂਜੀ ਹਾਂਜੀ ਕਰਦੇ ਸੀ ਮਹਾਰਾਜ ਦਾ ਜੀ। ਸਰਹਾਲਾ ਆਇਓ ਡਿਸਟਰਬੈਂਸ ਬਾਬਾ ਸ਼੍ਰੀ ਚੰਦ। ਬਿਲਕੁਲ ਜੀ, ਮੈਂ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਆ ਜੀ। ਬਿਕਰਮਜੀਤ ਸਿੰਘ ਜੀ ਤੁਹਾਡਾ ਧੰਨਵਾਦ। ਗੁਰਕੀਰਤ ਸਿੰਘ ਜੀ ਮੇਰਾ ਨੰਬਰ ਹੈਗਾ ਜੀ ਆਪਣੇ ਫੇਸਬੁੱਕ ਪੇਜ ਦੇ ਉੱਤੇ ਹੀ ਮੇਰਾ ਨੰਬਰ ਹੈਗਾ ਜੀ। ਬਾਬਾ ਪਿਆਰਦੀਪ ਸਿੰਘ ਜੀ ਵੀ ਦੇਖ ਰਹੇ ਆ ਇਬਣ ਵਾਲੇ। ਹਾਂਜੀ ਹਾਂਜੀ ਵਾਹ ਜੀ ਵਾਹ। ਸ਼ਬਦ ਚੈਨਲ ਠੀਕ ਹੈ ਜੀ। ਬਿਲਕੁਲ ਜੀ ਬਿਲਕੁਲ। ਸਿੰਘ ਬਾਠ ਜੀ ਲਿਖਦੇ ਆ ਸ਼੍ਰੀ ਚੰਦ ਜੀ ਵਾਲੀ ਮਰਿਆਦਾ ਫਿਰ ਅਕਾਲ ਤਖਤ ਤੇ ਲਾਗੂ ਕਰਵਾ ਦਿਓ, ਫਿਰ ਸਾਰੇ ਨਾਂਗੇ ਪਿੰਡੇ ਘੁੰਮਿਆ ਕਰਾਂਗੇ। ਸਿੰਘ ਬਾਠ ਜੀ ਮੈਨੂੰ ਇਹ ਦੱਸੋ ਵੀ ਕਿਹੜੇ ਇਤਿਹਾਸ ਚ ਆਉਂਦਾ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਨਗਨ ਰਹੇ? ਪਹਿਲਾਂ ਤੁਸੀਂ ਇਸ ਗੱਲ ਦੀ ਮੇਰੀ ਸ਼ੰਕਾ ਦੂਰ ਕਰ ਦਿਓ, ਮੈਂ ਫਿਰ ਅਗਲੀ ਗੱਲ ਆਪ ਜੀ ਨੂੰ ਕਰਦਾ ਜੀ। ਦੱਸੋ। ਸਿੰਘ ਬਾਠ ਜੀ ਨੇ ਸਵਾਲ ਕੀਤਾ ਨਾ ਵੀ ਅਕਾਲ ਤਖਤ ਤੋਂ ਮਰਜ਼ਾਦਾ ਲਾਗੂ ਕਰਾ ਦਿਓ। ਠੀਕ ਹੈ। ਤੇ ਮੈਨੂੰ ਇਹ ਦੱਸੋ ਵੀ ਇਹ ਨਗਨ ਬਾਬਾ ਸ਼੍ਰੀ ਚੰਦ ਰਹੇ ਇਹ ਕਿਹੜੇ ਕਿਤਾਬ ਕਿਹੜੇ ਇਤਿਹਾਸਕਾਰ ਨੇ ਲਿਖਿਆ ਨਾ? ਹਾਂਜੀ ਹਾਂ ਪਾਵਸ ਦਿਓਲ ਜੀ ਇਹੀ ਤਾਂ ਗੱਲ ਆ। ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਮਹਾਰਾਜ ਦੇ ਪੁੱਤਰ ਆ ਉਹ ਲੋਕ ਇੰਨਾ ਉਹਨਾਂ ਤੇ ਸ਼ੱਕ ਕਿਉਂ ਕਰਦੇ ਆ। ਆਪਾਂ ਇਸੇ ਕਰਕੇ ਅੱਜ ਲਾਈਵ ਹੋਏ ਨਾ, ਕੋਈ ਹੁੰਦਾ ਹੀ ਨਹੀਂ ਜੀ ਜੀ। ਸੰਗਤਾਂ ਦੇ ਦਿਲਾਂ 'ਚ ਬਹੁਤ ਸਵਾਲ ਹੁੰਦੇ ਆ। ਹਾਂਜੀ ਹਾਂਜੀ। ਲਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਠ ਸਾਹਿਬ ਜੀ ਕਿਰਪਾ ਕਰਿਓ। ਦੇਖੋ ਅਮਰ ਸਿੰਘ ਜੀ ਜਿਹੜੀ ਟਕਸਾਲ ਸੰਪਰਦਾ ਇਹ ਤਾਂ ਸਾਖਾਂ ਮਹਾਰਾਜ ਨੇ ਬਣਾਈਆਂ ਸੀਗੀਆਂ। ਭਾਈ ਗੁਰਦਾਸ ਜੀ ਵੀ ਕਹਿੰਦੇ ਆ ਸਤਿਗੁਰ ਸਿੱਖ ਸਾਖਾਂ ਸੰਗ੍ਰਹਿ ਸੋ ਗਿਆਨ ਨਿਮਿਤ, ਵੀ ਗਿਆਨ ਦੇਣ ਲਈ ਬਣਾਈਆਂ ਸੀ ਪਰ ਕਿਸੇ ਨੂੰ ਕਾਬਜ ਹੋਣ ਲਈ ਨਹੀਂ ਬਣਾਈਆਂ ਹਨ। ਇਹ ਤਾਂ ਸਿੱਖਿਆ ਦੇਣ ਨੂੰ ਮਹਾਰਾਜ ਨੇ ਬਣਾਈਆਂ। ਗੁਰੂ ਸਾਹਿਬ ਆਪ ਬਾਬਾ ਸ਼੍ਰੀ ਚੰਦ ਜੀ ਕੋਲ ਅਸੀਂ ਉਹਨਾਂ ਨੂੰ ਮਾੜਾ ਬੋਲਣ ਵਾਲੇ ਕੌਣ ਹੁੰਨੇ ਆ? ਤਰਨ ਤਾਰਨ ਸਾਹਿਬ ਸਰੋਵਰ ਵਿੱਚ ਜਲ ਬਾਬਾ ਸ਼੍ਰੀ ਚੰਦ ਜੀ ਦੇ ਹੱਥੋਂ ਪਿਆ ਵਾ। ਬਾਠ ਸਾਹਿਬ ਉਹ ਬੋਲੀ ਹੈ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ। ਬਾਬਾ ਪਿਆਰਦੀਪ ਸਿੰਘ ਜੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਆਪਾਂ ਉਹ ਜਦ ਤੱਕ ਮੈਂ ਕਿਹਾ ਵੀਰ ਜੀ ਆਪਾਂ ਨੂੰ ਦੱਸਦੇ ਆ। ਹਾਂਜੀ ਹਾਂਜੀ ਦੱਸਣਗੇ। ਸੰਗਤ ਨੇ ਸੁਣਿਆ ਹੀ ਹੁੰਦਾ। ਹਾਂਜੀ ਹਾਂਜੀ। ਮੰਨ ਲਓ ਹੁਣ ਆਪਾਂ ਉਹੀ ਤਾਂ ਪਹਿਲਾਂ ਗੱਲ ਕਰਦੇ ਸੀਗੇ, ਸ਼ਾਇਦ ਵੀਰ ਜੀ ਲੇਟ ਜੁੜੇ ਆ ਆਪਣੇ ਤੇ ਜੱਜ ਜੀ ਹੈਗੇ ਪੁਜਾਰੀ। ਇਹ ਤਾਂ ਬਾਣੀ ਵੀ ਕਹਿ ਰਹੀ ਆ ਜੀ ਜੀ। ਠਾਕੁਰ ਕਾ ਸੇਵਕ ਸਦਾ ਪੁਜਾਰੀ। ਉਹ ਕੋਈ ਗੱਲ ਨਹੀਂ, ਆਪ ਜੀ ਭਾਵੇਂ 8-10 ਵਾਰੀ ਹੋਰ ਲਿਖ ਦਿਓ, ਸਾਨੂੰ ਬਹੁਤ ਖੁਸ਼ੀ ਹੋਊਗੀ। ਫੋਟੋ ਦੇਖ ਕੇ ਹੀ ਆਉਂਦਾ ਨਾ ਜੀ, ਗੱਲ ਤਾਂ ਇਹੀ ਆ। ਮੈਂ ਹੁਣ ਤੁਹਾਨੂੰ ਇਤਿਹਾਸ ਦੱਸਦਾ, ਮੇਰੇ ਕੋਲ ਜਦੋਂ ਮਰਜ਼ੀ ਆ ਕੇ ਪੁੱਛ ਲਿਓ। ਜਿਹੜਾ ਇਤਿਹਾਸ ਦਾਸ ਤੁਹਾਨੂੰ ਚਰਨਾਂ 'ਚ ਬੇਨਤੀ ਲੱਗਾ ਨਾ ਕਰਨ, ਇਤਿਹਾਸ ਦੇ ਵਿੱਚ ਇਹ ਬਚਨ ਆਉਂਦਾ ਵੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਸਾਰੀ ਉਮਰ ਆਪਣੇ ਉੱਪਰ ਇੱਕ ਕੰਬਲੀ ਰੱਖੀ। ਜੀ ਜੀ। ਉਹਨਾਂ ਨੇ ਲਗੋਟ ਪਹਿਨ ਕੇ ਰੱਖਿਆ। ਲਗੋਟ ਤਾਂ ਭਲਵਾਨ ਵੀ ਪਾਉਂਦੇ ਆ। ਹਾਂਜੀ ਹਾਂਜੀ। ਉਹਨਾਂ ਨੂੰ ਕੀ ਕਹੋਗੇ ਵੀ ਅੱਜ ਤੁਸੀਂ ਕੀ ਕਹੋਗੇ ਵੀ ਉਹ ਮਰਜ਼ਾਦਾ ਤੋਂ ਬਾਹਰ ਚੱਲਦੇ ਆ ਹਨਾ? ਲਗੋਟ ਤਾਂ ਭਲਵਾਨ ਵੀ ਪਾਉਂਦੇ ਆ। ਪੁਰਾਣੇ ਸਾਧੂ ਕਿਉਂ ਲਗੋਟ? ਉਦੋਂ ਜੀਨ ਦੀਆਂ ਪੈਂਟਾਂ ਨਹੀਂ ਸੀ ਹੁੰਦੀਆਂ ਭਰਾਵੋ, ਉਦੋਂ ਆ ਪਜਾਮੇ ਐਡੀਡਸ ਦੇ ਨਹੀਂ ਸੀ ਹੁੰਦੇ। ਉਹੀ ਗੱਲ ਆ ਗਈ ਨਾ ਹਨਾ ਜੀ। ਤਾਂ ਹੀ ਤਾਂ ਆਪਾਂ ਅਜੇ ਹੋਏ ਆ ਵੀ ਜੇ ਕਿਸੇ ਦੇ ਮਨ 'ਚ ਵੀ ਕੋਈ ਸ਼ੰਕਾ ਹੈਗਾ ਆਪ ਜੀ ਕਰੋ ਗੱਲ। ਪਹਿਲਾਂ ਵਾਲਾ ਸਮਾਂ ਨਹੀਂ ਨਾ ਦੇਖਦੇ ਕੀ ਆ ਕੀ ਚੱਲਦਾ। ਹੁਣ ਜੀ ਅੱਜ ਆਪਣੇ ਕੋਲ ਐਡੀਡਸ ਦੇ ਪਜਾਮੇ ਆ ਗਏ, ਪਿਊਮਾ ਦੇ ਬੂਟ ਆ ਗਏ। ਉਦੋਂ ਖੜਾਵਾਂ ਸੀ ਭਾਈ, ਤਸਮੇ ਵਾਲੇ ਬੂਟ ਨਹੀਂ ਸੀ ਹੁੰਦੇ। ਹਾਂਜੀ ਹਾਂਜੀ। ਕਿਉਂ ਜੀ? ਉਦੋਂ ਲੱਕੜ ਦੀਆਂ ਚੱਪਲਾਂ ਪਾਉਂਦੇ ਸੀ। ਗੁਰੂ ਨਾਨਕ ਮਹਾਰਾਜ ਖੜਾਵਾਂ ਪਾਉਂਦੇ ਸੀ। ਫੇਰ ਤਾਂ ਅੱਜ ਆਪਾਂ ਬੂਟ ਪਾਉਨੇ ਆ, ਫੇਰ ਤਾਂ ਉਹ ਵੀ ਮਨਮਤ ਹੋ ਗਿਆ ਖੜਾਵਾਂ ਪਾਉਣੀਆਂ ਵੀ।
ਉਦੋਂ ਤੁਰ ਕੇ ਲੋਕੀ ਕਿੰਨਾ ਪੈਂਡਾ ਤੈਅ ਕਰਦੇ ਅੱਜ ਦਾ ਗੱਡੀਆਂ ਆ ਗਈਆਂ, ਉਹਦੇ ਨਾਲ ਕਿਉਂ ਰਲਾਉਣੇ ਤੁਸੀਂ? ਅੱਜ ਦਾ ਟਾਈਮ ਦੇਖੋ ਤੇ ਅੱਜ ਤੋਂ 500-600 ਸਾਲ ਪਹਿਲਾਂ ਦਾ ਟਾਈਮ ਦੇਖੋ, ਤੁਸੀਂ 50 ਸਾਲ ਪਹਿਲਾਂ ਦਾ ਦੇਖ ਲਓ, ਆਪਣੇ ਦਾਦਿਆਂ ਪੜਦਾਦਿਆਂ ਨੂੰ ਪੁੱਛੋ ਨਾ ਵੀ ਅੱਜ ਜੇ ਜਲੰਧਰ ਨੂੰ ਜਾਂ ਆਪੋ ਆਪਣੇ ਸ਼ਹਿਰਾਂ ਨੂੰ ਆਪਾਂ ਜਾਣੇ ਗੱਡੀਆਂ ਸਕੂਟਰਾਂ ਬੱਸਾਂ 'ਚ, ਵੀ ਅੱਗੇ ਇਦਾਂ ਸਕੂਟਰਾਂ ਤੇ ਜਾਂਦੇ ਹੁੰਦੇ ਸੀਗੇ ਅੱਜ ਤੋਂ 100 ਸਾਲ ਪਹਿਲਾਂ। ਜੀ ਜੀ। ਦੂਰ ਅੰਦੇਸ਼ੀ ਮਹਾਰਾਜ ਇੱਕ ਪਜਾਮੇ ਨੂੰ ਟਾਂਕੇ ਲਾ ਤਾਂ ਪਾਉਂਦੇ ਰਹਿੰਦੇ ਸੀ, ਹੁਣ ਤਾਂ ਮਾੜਾ ਜਿਹਾ ਤੁੰਬ ਲੱਗ ਜੇ ਤਾਂ ਉਹ ਮਾਰਦੇ ਚੱਕ ਕੇ। ਧੰਨ ਨੇ ਉਹ ਪੁੱਤਰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਪਿਤਾ ਮਿਲੇ ਨੇ। ਜੀ ਜੀ। ਇਹ ਕਹਿ ਰਹੇ ਨੇ ਨਾਨਕ ਜੀ ਮੇਰਾ ਸਾਈਂ। ਧੰਨਵਾਦ ਜੀ ਨੈਬ ਸੰਧੂ ਜੀ, ਧੰਨਵਾਦ ਆਪ ਜੀ ਦਾ। ਜਵਾਬ ਮੁੜ ਕੇ ਹਜੇ ਵੀਰ ਜੀ ਦਾ ਕੋਈ ਆਇਆ ਨਹੀਂ। ਗੁਰਜੀਤ ਸਿੰਘ ਜੀ ਕਹਿੰਦੇ ਬਹੁਤ ਵਧੀਆ, ਧੰਨਵਾਦ ਜੀ। ਮੇਰੇ ਵਰਗੇ ਆਪਣੀ ਗੰਦੀ ਵਿਗੜੀ ਔਲਾਦ ਨੂੰ ਪਿਆਰ ਕਰਦੇ ਆ, ਅਫਸੋਸ ਗੁਰੂ ਪੁੱਤਰਾਂ ਨੂੰ ਮਾੜਾ ਬੋਲਦੇ। ਜੀ ਜੀ ਜੀ। ਆਪ ਤਾਂ ਭਾਵੇਂ ਦਾੜੀਆਂ ਵੀ ਪਟਾ ਲੈਣ ਫੇਰ ਵੀ ਕਹਿਣਗੇ ਸਾਡੇ ਪੁੱਤ ਵਰਗਾ ਪੋਤੀ ਹੈ ਨਹੀਂ ਕੋਈ। ਸਹੀ ਗੱਲ ਹੈ ਜੀ। ਨਹੀਂ ਜੀ, ਗੰਦ ਨਹੀਂ ਪਾਉਂਦੇ ਰਾਜਵਿੰਦਰ ਜੀ, ਆਪਾਂ ਇਹ ਗੱਲ ਨਹੀਂ ਕਹਿਣੀ। ਮੈਂ ਪਹਿਲਾਂ ਹੀ ਕਿਹਾ ਸੀ ਬਈ ਕਮੈਂਟਾਂ 'ਚ ਕਿਸੇ ਨੇ ਲੜਨਾ ਨਹੀਂ, ਜਿਹਦੇ ਮਨ 'ਚ ਜੋ ਸਵਾਲ ਆ ਆਪ ਜੀ ਜ਼ਰੂਰ ਪੁੱਛੋ। ਜੀ ਜੀ ਜੀ। ਕਿਉਂ ਜੀ? ਹਾਂਜੀ। ਕਿਉਂਕਿ ਅਗਲੇ ਦਾ ਹੋ ਸਕਦਾ ਮਨ 'ਚ ਸ਼ੰਕਾ ਹੋਵੇ ਬਾਬਾ ਜੀ, ਕਿਤੇ ਉਹ ਨਹੀਂ ਸੁਣਿਆ ਹੋਵੇ ਵੀ ਉਹ ਨਗਨ ਰਹੇ ਆ। ਜੀ ਜੀ। ਆਪਾਂ ਤਾਂ ਉਹੀ ਕਹਿ ਰਹੇ ਵੀ ਕਿੱਥੋਂ ਪੜ੍ਹ ਲਿਆ ਆਪ ਜੀ ਨੇ ਵੀ ਉਹ ਨਗਨ ਰਹੇ ਆ। ਜੀ ਜੀ। ਆਪਾਂ ਤਾਂ ਉਹਦਾ ਜਵਾਬ ਦਵਾਂਗੇ ਨਾ, ਆਪਾਂ ਲੜਦੇ ਥੋੜ੍ਹਾ, ਲੜਨਾ ਤਾਂ ਹੈ ਹੀ ਨਹੀਂ। ਬਿਲਕੁਲ ਸੋਨੂ ਜੀ, ਇਹ ਆਪਸ ਵਿੱਚ ਤਾਂ ਹੀ ਲੜ ਰਹੇ ਨੇ ਨਾ ਵੀ ਸਿੱਖ ਉਦਾਂ ਖਤਮ ਨਹੀਂ ਹੋਣੇ। ਸਮੇਂ ਦੇ ਹਿਸਾਬ ਨਾਲ ਤਾਂ ਫਿਰ ਚੱਲਣਾ ਪੈਂਦਾ ਜੀ। ਬਿਲਕੁਲ ਜੀ, ਬਿਲਕੁਲ। ਗੁਰਦੀਪ ਸਿੰਘ ਜੀ ਸਭ ਦਾ ਸਰਦਾਰ ਨਰਵੈਰ ਸਿੰਘ ਜੀ, ਜਦੋਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਭਾਈ ਦਾਤੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਲੱਤ ਮਾਰਨ ਲੱਗੇ ਤਾਂ ਗੁਰੂ ਸਾਹਿਬ ਨੇ ਉਹਨਾਂ ਦੀ ਲੱਤ ਤੇ ਕਿਹਾ ਕਿ ਕਿੱਧਰੇ ਸੱਟ ਤਾਂ ਬਿਲਕੁਲ ਸਰਦਾਰ ਨਰਵੈਰ ਸਿੰਘ ਜੀ, ਇਹ ਵੀ ਮੈਂ ਇੱਕ ਗੱਲ ਤੁਹਾਡੇ 'ਚ ਕਰਨੀ, ਕਈ ਵਾਰੀ ਨਾ ਸ਼ੰਕਾ ਹੋ ਜਾਂਦਾ ਸੰਗਤ ਦੇ ਮਨ 'ਚ ਬਈ ਜੇ ਆਪਾਂ ਬਾਬਾ ਸ਼੍ਰੀ ਚੰਦ ਜੀ ਨੂੰ ਸਹੀ ਕਹਿੰਦੇ ਆ ਹਨਾ ਜੀ, ਤੇ ਫਿਰ ਬਾਕੀ ਦੇ ਗੁਰੂ ਪੁੱਤਰਾਂ ਨੂੰ ਵੀ ਸਹੀ ਕਹੋ, ਜਿੱਦਾਂ ਪਿਰਥੀ ਚੰਦ ਜਾਂ ਦਾਤੂ। ਹੁਣ ਦੇਖੋ, ਮੈਂ ਇੱਕ ਗੱਲ ਇੱਥੇ ਤੁਹਾਡੇ ਚਰਨਾਂ 'ਚ ਸਾਰਿਆਂ ਦੇ ਕਰਦਾ ਕਿ ਭਾਈ ਦਾਤੂ ਨੇ ਗੁਰੂ ਅਮਰਦਾਸ ਮਹਾਰਾਜ ਦੇ ਲੱਤ ਮਾਰੀ। ਇਤਿਹਾਸ 'ਚ ਆ ਗਈ ਨਾ ਗੱਲ। ਕਿਉਂ ਜੀ? ਆਈ। ਪਿਰਥੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਵਿਰੋਧ ਕੀਤਾ, ਇਤਿਹਾਸ 'ਚ ਆ ਗਈ ਗੱਲ। ਉਹ ਵੀ ਆਈ। ਹਾਂਜੀ। ਗੁਰੂ ਹਰ ਰਾਏ ਸਾਹਿਬ ਜੀ ਦੇ ਸੁਪੁੱਤਰ ਨੇ ਬਾਣੀ ਦੀ ਪੰਕਤੀ ਬਦਲੀ। ਹਾਂਜੀ। ਮੇਰੇ ਮੱਥੇ ਨਾਲ ਮਹਾਰਾਜ ਕਹਿੰਦੇ ਲੱਗੀ। ਆ ਗਈ ਗੱਲ। ਹਾਂਜੀ। ਹੁਣ ਮੈਨੂੰ ਤੁਸੀਂ ਦੱਸੋ ਵੀ ਜਿਹਨਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਲਈ ਆ। ਜੀ। ਮੈਂ ਸਾਰੀਆਂ ਗੱਲਾਂ ਕਰਾਂਗਾ ਜੀ। ਹਾਂਜੀ। ਸਿੰਘ ਸਰਦਾਰ ਜੀ ਕਹਿੰਦੇ ਆ ਅੰਨੇ ਲੋਕ ਨਾਨਕ ਦੇ ਵਿਰੋਧੀ ਨੂੰ ਮੱਥਾ ਟੇਕਦੇ ਆ, ਸਾਧਾਂ ਦਾ ਟੋਲਾ। ਸਿੰਘ ਸਰਦਾਰ ਜੀ, ਮੈਨੂੰ ਇੱਕ ਤਾਂ ਦੱਸੋ ਬਈ ਗੁਰੂ ਨਾਨਕ ਮਹਾਰਾਜ ਦਾ ਵਿਰੋਧ ਬਾਬਾ ਸ਼੍ਰੀ ਚੰਦ ਜੀ ਨੇ ਕੀ ਕੀਤਾ ਜ਼ਿੰਦਗੀ 'ਚ? ਜੀ। ਕੋਈ ਇੱਕ ਗੱਲ ਤਾਂ ਲਿਖ ਕੇ ਦੱਸੋ ਨਾ। ਧੰਨਵਾਦ ਜੀ ਰੰਧਾਵਾ ਸਾਹਿਬ, ਮੈਨੂੰ ਕਹਿੰਦੇ ਮਾਣ ਆ ਮੈਂ ਡੇਰੇ ਬਾਬੇ ਨਾਨਕ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਰਹਿਣਾ। ਵਾਹ ਜੀ ਵਾਹ। ਸਿੱਖੀ ਸਿਧਾਂਤਾਂ ਨੂੰ ਸਮਝਣ ਤੇ ਪਹਿਰਾ ਦੇਣ ਦੀ ਲੋੜ। ਆਪਸੀ ਈਰਖਾ ਤੇ ਟਕਰਾਅ ਆਪਣੇ ਆਪ ਨੂੰ ਨਹੀਂ, ਆਪਾਂ ਟਕਰਾਅ ਨਹੀਂ ਕਹਿੰਦੇ ਜੀ। ਧੰਨ ਹੀ ਨੇ ਸਿੰਘ ਸਰਦਾਰ ਜੀ, ਬਾਬਾ ਸ਼੍ਰੀ ਚੰਦ ਧੰਨ ਸੀ, ਧੰਨ ਹਨ, ਧੰਨ ਰਹਿਣਗੇ। ਮੈਨੂੰ ਤੁਸੀਂ ਦੱਸੋ, ਤੁਹਾਨੂੰ ਕਾਹਦਾ ਸ਼ੰਕਾ ਆ? ਕਿਹੜੀ ਗੱਲ ਦਾ ਜਵਾਬ ਚਾਹੀਦਾ? ਦੱਸੋ, ਵਿਰੋਧ ਕਿੱਥੇ ਕੀਤਾ ਗੁਰੂ ਨਾਨਕ ਮਹਾਰਾਜ ਦਾ? ਹਾਂ ਸਿੰਘ ਬਾਠ ਜੀ, ਆ ਗਏ ਤੁਸੀਂ। ਉਸੇ ਬਚਨ ਤੇ ਮੈਂ ਕਰਨਾ ਹੀ ਸੀ। ਕਹਿੰਦੇ ਦਿਲ ਖੋਟੇ ਆਕੀ ਫਿਰਨ ਵਾਲੀ ਪੰਕਤੀ ਤੁਸੀਂ ਹਨਾ ਬਈ ਗੁਰੂ ਸਾਹਿਬ ਨੇ ਆਪ ਕਿਹਾ, ਲਿਖਿਆ ਉਹਨਾਂ ਦਾ। ਗੁਰੂ ਸਾਹਿਬ ਨੇ ਇਹ ਉਚਾਰਨ ਨਹੀਂ ਕੀਤਾ। ਕਿਹੜੇ ਗੁਰੂ ਸਾਹਿਬ ਦੀ ਬਾਣੀ ਆ ਬਾਠ ਜੀ ਇਹ, ਜਿਨ੍ਹਾਂ ਨੇ ਕਿਹਾ ਬਈ ਇਹ ਪਹਿਲੇ, ਦੂਜੇ, ਤੀਜੇ, ਚੌਥੇ, ਪੰਜਵੇਂ, ਨੌਵੇਂ ਪਾਤਸ਼ਾਹ, ਇਹ 6 ਪਾਤਸ਼ਾਹਾਂ ਚੋਂ ਕਿਹੜੇ ਪਾਤਸ਼ਾਹ ਜੀ ਦੀ ਬਾਣੀ ਆ ਦਿਲ ਖੋਟੇ ਆਕੀ ਫਿਰਨ ਵਾਲੀ? ਦੱਸੋ। ਮੈਂ ਦੱਸਾਂ ਜੀ? ਹੁਣ ਸੁਣਿਓ, ਅਗਲਾ ਸਵਾਲ ਫੇਰ ਕਰਿਓ। ਹੁਣ ਮੇਰੇ ਤੋਂ ਸੁਣ ਲਓ। ਪੁੱਤਰੀ ਕੋਲ ਨਾ ਪਾਲਿਓ, ਜੀ। ਕਰ ਪੀਰੋ ਕੰਨ ਮੁਰਟੀਐ, ਜੀ। ਦਿਲ ਖੋਟੇ ਆਕੀ ਫਿਰਨ, ਬੰਨ ਭਾਰ ਉਚਾਇਨ ਛੱਟੀਐ। ਇਹ ਰਾਮ ਕਲੀ ਦੀ ਵਾਰ ਆ। ਜੀ। ਭਾਈ ਸੱਤ ਤੇ ਭਾਈ ਬਲਵੰਡ ਜੀ ਨੇ ਲਿਖੀ ਆ। ਜੀ। ਇਤਿਹਾਸ ਵੀ ਇਹਦਾ ਮਾੜਾ
ਚਾਨਣਾ ਪਾ ਦੁਬਾਰਾ ਨੋਟ ਕਰੋ ਜੀ। ਹਾਂਜੀ ਰਾਮ ਕਲੀ ਦੀ ਵਾਰ, ਜੀ ਜੀ ਭਾਈ ਸੱਤ ਤੇ ਭਾਈ ਬਲਵੰਡ ਜੀ ਦੀ ਵਾਰ ਆ। ਜੀ ਭਾਈ ਸੱਤਾ ਤੇ ਬਲਵੰਡਾ ਜੀ ਦੀ ਇਹ ਬਾਣੀ ਆ, ਜੀ ਜੀ ਜਿਹਦੇ 'ਚ ਇਹ ਸ਼ਬਦ ਆਉਂਦਾ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ। ਹਾਂਜੀ ਹਾਂਜੀ ਲੋਕ ਸਾਡੇ ਚੱਲਦੇ ਦੋਗਲੇ। ਹਾਂਜੀ ਹਾਂਜੀ ਜਿੱਦਣ ਆਪਾਂ ਕਿਹਾ ਸੀ ਨਾ ਵੀ ਬਾਣੀ ਕਹਿ ਰਹੀ ਆ ਵੀ ਸਤਜੁਗ ਤੈ ਮਾਣਿਓ ਛੱਲਿਓ ਬਲ ਬਾਵਨ ਭਾਇਓ, ਹਾਂਜੀ ਉਸ ਵੀਡੀਓ ਥੱਲੇ ਬੜੇ ਹੀ ਸੰਗਤ ਦਾ ਕਮੈਂਟ ਆਇਆ ਵੀ ਉਹ ਗੁਰੂਆਂ ਦੀ ਥੋੜੋ, ਉਹ ਤਾਂ ਪੱਟਾਂ ਦੀ ਆ। ਜੀ ਜੀ ਤੇ ਜੇ ਹੁਣ ਪੁੱਤਰੀ ਕੌਲ ਨਾ ਪਾਲਿਓ, ਇਹ ਤਾਂ ਗੁਰੂ ਸਾਹਿਬ ਦੇ ਮੁਖ ਤੋਂ ਨਹੀਂ, ਇਹ ਗੁਰਸਿੱਖਾਂ ਦੇ ਮੁਖ ਤੋਂ ਉਚਾਰਨ ਹੋਈ ਆ। ਜੀ 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 ਅਸੀਂ ਉਹਨਾਂ ਨੂੰ ਉਹੀ ਰੂਪ ਸਮਝਦੇ ਆ ਜੋ ਗੁਰੂ ਨਾਨਕ ਮਹਾਰਾਜ ਨੇ, ਹਾਂਜੀ ਹਾਂਜੀ ਕਿਉਂਕਿ ਬਰਾਬਰ ਤਾਂ ਹੀ ਬੈਠੇ ਆ ਨਾ। ਜੀ 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 ਆ ਸੁਣੀ ਚੱਲਿਓ। ਹਾਂਜੀ ਬਿਕਰਮਜੀਤ ਸਿੰਘ ਜੀ, ਵਿੱਚ ਕਮੈਂਟਾਂ 'ਚ ਆਪਾਂ ਕਿਸੇ ਨਾਲ ਬੈਂਸਣਾ ਨਹੀਂ, ਬਸ ਉਹਨਾਂ ਨੇ ਸਵਾਲ ਕੀਤਾ, ਆਪਾਂ ਜਵਾਬ ਦੇਣਾ। ਹਾਂਜੀ ਹਾਂਜੀ ਹਨਾ ਜੀ। ਹਾਂਜੀ ਹਾਂਜੀ ਹੁਣ ਸਵਾਲ ਇਹ ਹੈ, ਉਹਨਾਂ ਨੇ ਕਿਹਾ ਵੀ ਉਹ ਵਿਰੋਧੀ ਆ ਗੁਰੂ ਘਰ ਦੇ। ਜੀ ਜੀ ਪੁੱਤਰੀ ਕੌਲ ਨਾ ਪਾਲਿਓ ਅਖੇ ਬਾਣੀ ਦੀ ਪੰਕਤੀ ਗੁਰੂ ਸਾਹਿਬ ਨੇ ਉਚਾਰੀ। ਜੀ ਜੀ ਆਹ ਗੱਲ ਦਾ ਜਵਾਬ ਦੇ ਕੇ ਮੈਂ ਕਮੈਂਟ ਪੜਾਂਗਾ ਜੀ। ਜੇ ਕੋਈ ਅੱਗੇ ਲੰਘ ਗਿਆ ਫਿਰ ਮੇਰੇ ਤੋਂ ਪੜ੍ਹ ਨਹੀਂ ਹੋਣੇ, ਕਰਿਓ ਨਾ ਉਹਨਾਂ ਚਿਰ ਕਮੈਂਟ, ਮੇਰੀ ਬੇਨਤੀ ਆ। ਕਿਉਂ ਜੀ? ਜੀ 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 ਫਿਰ ਉਹ ਅੱਗੇ ਲੰਘ ਜਾਂਦੇ, ਫਿਰ ਕਹਿੰਦੇ ਖਰੇ ਜਾਣ ਕੇ ਨਹੀਂ ਜਵਾਬ ਦਿੱਤਾ। ਹਾਂਜੀ ਹਾਂਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਬਾਬਤ ਜੀ ਇਹ ਕੋਈ ਪਹਿਲਾਂ ਮੈਨੂੰ ਇਹ ਦੱਸੋ ਵੀ ਤੁਸੀਂ ਸੋਚ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਦੀ ਵਿਰੋਧਤਾ ਕਰਦੇ ਹੋਣਗੇ? ਹਾਂਜੀ ਹਾਂਜੀ ਹਨਾ ਜੀ। ਹੁਣ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਉਚਾਰੀ, ਹਾਂਜੀ ਹਾਂਜੀ ਪਹਿਲਾਂ ਤਾਂ ਪੋਥੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਈ ਨਾ। ਹਾਂਜੀ ਹਾਂਜੀ ਹਨਾ ਜੀ। ਜੀ ਜੀ ਸਭ ਤੋਂ ਵੱਡਾ ਵਿਰੋਧੀ ਪ੍ਰਿਥੀ ਚੰਦ ਜੀ ਸੀ ਉਸ ਵੇਲੇ। ਠੀਕ ਹੈ ਜੀ। ਉਹਨਾਂ ਨੇ ਪਾਕਿਸਤਾਨ 'ਚ ਹੁਣ ਰਹਿ ਗਿਆ, ਹਾਂਜੀ ਉੱਥੇ ਨਕਲੀ ਹਰਮੰਦਰ ਸਾਹਿਬ ਵੀ ਬਣਾ ਲਿਆ ਸੀ ਵੀ ਅਸਲੀ ਗੁਰੂ ਮੈਂ ਆ। ਜੀ 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 ਹਨਾ ਜੀ। ਹਾਂਜੀ ਤਾਂ ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਬਾਬੇ ਸ਼੍ਰੀ ਚੰਦ ਜੀ ਮਾਫ ਕਰਿਓ ਬਾਬੇ ਪ੍ਰਿਥੀ ਚੰਦ ਲਈ ਗੁਰੂ ਅਰਜਨ ਦੇਵ ਜੀ ਨੇ ਮਾੜਾ ਕਿਹਾ? ਨਹੀਂ ਵੱਡਾ ਦੁਸ਼ਮਣ ਬਣ ਗਿਆ ਸੀ ਸਕਾ ਭਰਾ। ਜੀ ਜੀ ਇੱਕ ਗੱਲ ਵੀ ਨਹੀਂ। ਜੀ ਜੀ ਸਿੰਘ ਬਾਠ ਜੀ, ਮੇਰਾ ਪਹਿਲਾ ਸਵਾਲ ਤਾਂ ਸੁਣ ਲਓ, ਤੁਸੀਂ ਹੋਰ ਸਵਾਲ ਪੁੱਛੀ ਜਾਂਦੇ, ਮੈਨੂੰ ਉਲਝਾ ਕਿਉਂ ਰਹੇ ਤੁਸੀਂ? ਮੈਂ ਉਹ ਲੱਗਾ ਦੱਸਣ ਤੁਹਾਨੂੰ, ਉਹੀ ਪੰਕਤੀ ਦਾ ਜਵਾਬ ਦੇਣ ਲੱਗਾ। ਪਹਿਲਾਂ ਸੁਣ ਲਓ ਅਗਲਾ ਕਮੈਂਟ, ਫੇਰ ਕਰਿਓ। ਤੁਸੀਂ ਪੁੱਤਰੀ ਕੌਲ ਨਾ ਪਾਲਿਓ ਦਾ ਸਵਾਲ ਕੀਤਾ ਵੀ ਉਹ ਕਿਉਂ ਲਿਖਿਆ ਬਾਣੀ 'ਚ। ਹਾਂਜੀ ਹਾਂਜੀ ਠੀਕ ਹੈ ਜੀ। ਉਹ ਹੁਣ ਸੁਣੋ, ਜਦੋਂ ਭਾਈ ਸੱਤ ਤੇ ਬਲਵੰਡ ਜੀ ਜੀ ਇਹ ਕਹਿੰਦੇ ਸੀ ਵੀ ਅਸੀਂ ਇੱਕ ਦਿਨ ਦੀ ਕੀਰਤਨ ਭੇਟਾ ਲੈਣੀ ਆਪਣੀ ਭੈਣ ਦਾ, ਆਪਣੀ ਧੀ ਦਾ ਵਿਆਹ ਕਰਨ ਲਈ। ਜੀ 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 ਮਹਾਰਾਜ ਕਹਿੰਦੇ ਉਦਾਂ ਦੱਸੋ ਕਿੰਨੀ ਮਾਇਆ ਚਾਹੀਦੀ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆ। ਹਾਂਜੀ ਹਾਂਜੀ ਸੁਣੀ ਚੱਲਿਓ ਧਿਆਨ ਨਾਲ ਜਵਾਬ, ਫਿਰ ਤੁਹਾਡੇ ਮਨ 'ਚ ਨਹੀਂ ਤਾਂ ਤੁਹਾਨੂੰ ਪਤਾ, ਸ਼ਾਇਦ ਜੇ ਨਾ ਧਿਆਨ ਦਿੱਤਾ ਤੇ ਪਤਾ ਨਹੀਂ ਲੱਗਣਾ, ਫਿਰ ਤੁਸੀਂ ਹੋਰ ਸਵਾਲ ਪੁੱਛਣਾ। ਹਨਾ ਜੀ। ਸੁਣ ਲਓ, ਹੁਣ ਜਦੋਂ ਸੱਤਾ ਬਲਵੰਡਾ ਜੀ ਕਹਿੰਦੇ ਆ ਕੀਰਤਨੀਏ ਸੀ ਗੁਰੂ ਘਰ ਦੇ, ਬਹੁਤ ਤਕੜੇ, ਹਾਂਜੀ ਹਾਂਜੀ ਬਹੁਤ ਆਨੰਦ 'ਚ ਕੀਰਤਨ ਕਰਦੇ ਸੀ, ਬਾਬਾ ਮਰਦਾਨਾ ਜੀ ਦੀ ਕੁੱਲ 'ਚੋਂ। ਜੀ 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 ਉਹ ਕਹਿੰਦੇ ਜੀ ਅਸੀਂ ਆਪਣੀ ਧੀ ਦਾ, ਆਪਣੀ ਬੇਟੀ ਦਾ ਵਿਆਹ ਕਰਨਾ। ਜੀ ਜੀ ਭੈਣ ਭਾਵ ਆਪਣੀ ਭੈਣ ਨੂੰ ਧੀਆਂ ਆਂਗਰ ਉਹਨਾਂ ਨੇ ਪਾਲਿਆ ਬਈ ਅਸੀਂ ਉਹਨਾਂ ਦਾ ਵਿਆਹ ਕਰਨਾ। ਜੀ ਜੀ ਹਾਂ ਬਸ ਰਛਪਾਲ ਸਿੰਘ ਜੀ, ਆਹੀ ਗੱਲ ਆ ਨਾ, ਕਹਿੰਦੇ ਪੜ੍ਹਿਆ ਤਾਂ ਨਹੀਂ ਸੁਣਿਆ ਹੀ ਆ। ਹਾਂਜੀ ਹਾਂਜੀ ਵੀ ਗੁਰੂ ਨਾਨਕ ਦੇਵ ਜੀ ਦੇ ਕਹਿਣੇ 'ਚ ਹੈ ਨਹੀਂ ਸੀ ਪੁੱਤ, ਹਾਂਜੀ ਪਰ ਸੁਣੇ ਦਾ ਇਹ ਤਾਂ ਪੰਗਾ ਸਾਰਾ, ਅਸੀਂ ਪੜ੍ਹਦੇ ਨਹੀਂ ਨਾ ਜੀ। ਤੋ ਮੈਂ ਗੱਲ ਕਰ ਰਿਹਾ ਸੀ। ਹਾਂਜੀ ਹਾਂਜੀ ਹੁਣ ਜਦੋਂ ਸੱਤੇ ਬਲਵੰਡੇ ਨੇ ਕਿਹਾ ਨਹੀਂ ਮਹਾਰਾਜ ਸਾਨੂੰ ਉਦਾਂ ਨਹੀਂ ਮਦਦ, ਸਾਨੂੰ ਇੱਕ ਦਿਨ ਦਾ ਚੜਾਵਾ ਦੇ ਦਿਓ। ਚੜਾਵਾ ਦੇ ਦਿਓ। ਕਿਉਂ? ਕਿਉਂਕਿ ਚੜਾਵਾ ਚੜਦਾ ਬਹੁਤ ਸੀ ਜੀ 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 ਮਹਾਰਾਜ ਦੇ ਅੱਗੇ। ਹਾਂਜੀ ਮਹਾਰਾਜ ਕਹਿੰਦੇ ਨਹੀਂ ਤੁਸੀਂ ਦੱਸੋ ਤੁਹਾਨੂੰ ਕਿੰਨੀ ਭੇਟਾ ਚਾਹੀਦੀ, ਉਦਾਂ ਅਸੀਂ ਖਰਚਾ ਦਿੰਨੇ ਆ। ਜੀ ਜੀ ਨਹੀਂ ਜੀ ਸਾਨੂੰ ਇੱਕ ਦਿਨ ਦਾ ਚੜਾਵਾ ਚਾਹੀਦਾ। ਹਾਂਜੀ ਮਹਾਰਾਜ ਕਹਿੰਦੇ ਚੰਗਾ ਬਈ, ਹਾਂਜੀ ਜਿੱਦਣ ਦਿਨ ਮਿਥ ਲਿਆ ਵੀ ਇਸ ਦਿਨ ਦੇ ਦਿਓ। ਹਾਂਜੀ ਹਾਂਜੀ ਉਹ ਦਿਨ ਆ ਗਿਆ, ਜੀ ਮੌਸਮ ਖਰਾਬ ਹੋ ਗਿਆ, ਕਿਉਂਕਿ ਨੀਤਾਂ ਨੂੰ ਭਾਗ ਲੱਗਦੇ ਨਾ। ਨੀਤਾਂ ਨੂੰ ਤੇ ਹੁਣ ਜਦੋਂ ਉਹ ਭਰਾ ਮੇਰੀ ਗੱਲ ਸੁਣ ਲਾ, ਪਹਿਲਾਂ ਸਿਧਾਂਤ ਮੈਨੂੰ ਦੱਸਿਓ ਕਿਹੜੇ ਬਾਹਰ ਚੱਲੇ ਉਹ, ਫਿਰ ਮੈਂ ਪੁੱਛਦਾ ਤੁਹਾਨੂੰ। ਰੁਕ ਜਾਓ। ਜਦੋਂ ਜੀ ਜੀ ਫੇਰ ਗੱਲ ਚੱਲਦੀ ਸੀਗੀ ਵੀ ਬਾਬਾ ਸੱਤੇ ਬਲਵੰਡੇ ਦੀ, ਹਾਂਜੀ ਹਾਂਜੀ ਉਹਨਾਂ ਨੇ ਕਿਹਾ ਹਾਂਜੀ ਮੌਸਮ ਖਰਾਬ ਹੋ ਬਈ ਸਾਨੂੰ ਇੱਕ ਦਿਨ ਦੀ ਭੇਟਾ ਚਾਹੀਦੀ ਆ। ਮਹਾਰਾਜ ਕਹਿੰਦੇ ਨਹੀਂ ਤੁਸੀਂ ਓਦਾਂ ਖਰਚਾ ਨਹੀਂ, ਮਹਾਰਾਜ ਸਾਨੂੰ ਸਾਰੀ ਭੇਟਾ ਹੀ ਚਾਹੀਦੀ ਇੱਕ ਦਿਨ ਦੀ। ਮਹਾਰਾਜ ਕਹਿੰਦੇ ਠੀਕ ਹੈ, ਕਿੱਦਣ ਚਾਹੀਦੀ? ਫਲਾਣੇ ਦਿਨ ਦੇ ਦਿਓ। ਠੀਕ ਹੈ ਜੀ। ਉਦਣ ਕੀਰਤਨ ਲੱਗ ਗਿਆ ਕਰਨ। ਹਾਂਜੀ ਉਹ ਦੇਵ ਨੇ ਤਾਂ ਐਸੀ ਵਰਤੀ ਹਾਂਜੀ ਕਿ ਮੌਸਮ ਜ਼ਬਰਦਸਤ ਖਰਾਬ ਹੋ ਗਿਆ, ਝੱਖੜ, ਮੀਂਹ, ਹਨੇਰੀ, ਸੰਗਤ ਜਿੰਨੀ ਆਉਂਦੀ ਸੀ ਉਹਦਾ ਬਹੁਤ ਘੱਟ ਹਿੱਸੇ 'ਚ ਸੰਗਤ ਆਈ। ਹਾਂਜੀ ਹਾਂਜੀ
ਹੁਣ ਉਹ ਕੀਰਤਨ ਤਾਂ ਕਰਦੇ ਆ ਵੀ ਅੱਜ ਅਸੀਂ ਲਿਜਾਣੀ ਕਿੰਨੀ ਕੁ ਹੋਊ ਕਿੰਨੀ ਕੁ ਹੋਊ। ਜੀ ਜੀ ਸੰਗਤ ਬਹੁਤੀ ਆਈ ਨਹੀਂ। ਹਾਂਜੀ ਜੋ ਸੰਗਤ ਆਈ ਨਹੀਂ, ਹਾਂਜੀ ਚੜਾਵਾ ਬਹੁਤ ਘੱਟ ਹੋਇਆ। ਠੀਕ ਹੈ ਜੀ। ਇਹ ਨਹੀਂ ਬਾਜੇ ਬੰਨੇ, ਅੱਛਾ ਜੋ ਵੀ ਤਾਂਤੀ ਸਾਜ਼ ਹੋਣਗੇ ਉਦੋਂ ਹਾਂਜੀ ਹਾਂਜੀ ਤਾਂਤੀ ਸਾਜ਼ ਆਪਣੇ ਸਮੇਟੇ ਹਾਂਜੀ ਤੇ ਬੜੇ ਗੁੱਸੇ 'ਚ ਘਰ ਚਲ ਗਏ। ਠੀਕ ਹੈ ਜੀ। ਤੇ ਮਨ 'ਚ ਇਹ ਸੋਚਦੇ ਜਾਂਦੇ ਆ ਵੀ ਮਹਾਰਾਜ ਨੇ ਜਾਣ ਕੇ ਸੰਗਤ ਨੂੰ ਰੋਕਿਆ। ਠੀਕ ਹੈ। ਗਲਤ ਫਹਿਮੀ ਹੋ ਗਈ ਹਾਂਜੀ ਹਾਂਜੀ ਵੀ ਅੱਜ ਅਸੀਂ ਚੜਾਵਾ ਲੈ ਕੇ ਜਾਣਾ ਸੀ ਤਾਂ ਮਹਾਰਾਜ ਨੇ ਸੰਗਤ ਨੂੰ ਰੋਕਤਾ ਠੀਕ ਹੈ। ਵੀ ਨਾ ਆਇਓ, ਅੱਜ ਦਾ ਚੜਾਵਾ ਉਹ ਨਹੀਂ ਲੈ ਜਾਣਾ। ਹਾਂਜੀ ਹਾਂਜੀ ਗੁੱਸੇ ਹੋ ਗਏ। ਹਾਂਜੀ ਅਗਲਾ ਦਿਨ ਸਵੇਰ ਅੰਮ੍ਰਿਤ ਵੇਲਾ ਹੋਇਆ, ਆਸਾ ਕੀ ਵਾਰ ਦਾ ਕੀਰਤਨ ਕਰਨ ਹੀ ਨਹੀਂ ਆਏ, ਜੀ ਜੀ ਕਿਉਂਕਿ ਗੁਰੂ ਘਰ ਦੇ ਕੀਰਤਨੀਏ ਆ, ਹਾਂਜੀ ਹਾਂਜੀ ਹਨਾ ਜੀ। ਹਾਂਜੀ ਤੇ ਜਦੋਂ ਕੀਰਤਨ ਕਰਨ ਨਹੀਂ ਆਏ, ਹਾਂਜੀ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ। ਜੀ ਜੀ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਦਰਵਾਜ਼ਾ ਖੜਕਾਇਆ। ਹਾਂਜੀ ਵੀਰ ਤੁਹਾਡੀ ਗੱਲ ਦਾ ਮੈਂ ਬੜੀ ਤਸੱਲੀ ਨਾਲ ਜਵਾਬ ਦੇ ਰਿਹਾ, ਸੁਣਿਓ ਤੁਹਾਡੀ ਬਾਣੀ ਦੀ ਪੰਕਤੀ ਜਿਹੜੀ ਤੁਸੀਂ ਉਚਾਰੀ ਹੈ। ਹੁਣ ਜਦੋਂ ਦਰਵਾਜ਼ਾ ਖੜਕਾਇਆ ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਦਰਵਾਜ਼ਾ ਖੋਲਿਆ ਦੋਨਾਂ ਨੇ। ਹਾਂਜੀ ਹਾਂਜੀ ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਚਲੋ ਭਾਈ ਸੰਗਤ ਬੈਠੀ ਆ, ਆਸਾ ਕੀ ਵਾਰ ਦਾ ਕੀਰਤਨ ਕਰਨਾ। ਹਾਂਜੀ ਹਾਂਜੀ ਮੋਰਿਓਂ ਕਹਿੰਦੇ ਅਸੀਂ ਤਾਂ ਨਹੀਂ ਜਾਂਦੇ, ਸਾਡਾ ਮਹਾਰਾਜ ਨੇ ਧੋਖਾ ਕੀਤਾ, ਠੀਕ ਹੈ ਜੀ। ਸਾਡਾ ਚੜਾਵਾ ਆਉਣਾ ਸੀ ਉਹਨੇ ਸੰਗਤ ਰੋਕਤੀ, ਹਾਂਜੀ ਹਾਂਜੀ ਉਹਨੇ ਦਰਵਾਜ਼ਾ ਬੰਦ ਕਰ ਲਿਆ। ਠੀਕ ਹੈ ਜੀ। ਬਾਬਾ ਬੁੱਢਾ ਸਾਹਿਬ ਮੁੜੇ ਆਏ। ਹਾਂਜੀ ਸ਼ੇਰ ਕਰੀ ਚੱਲਿਓ ਜੀ ਅੱਗੇ। ਹਾਂਜੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਮੁੜੇ ਆਏ, ਜੀ ਜੀ ਫਿਰ ਭਾਈ ਗੁਰਦਾਸ ਜੀ ਨੂੰ ਮਹਾਰਾਜ ਨੇ ਭੇਜਿਆ ਹਾਂਜੀ ਵੀ ਹੁਣ ਤੁਸੀਂ ਜਾਓ। ਜੀ ਜੀ ਫੇਰ ਉਹੀ ਗੱਲ, ਜੀ ਜੀ ਜਦੋਂ ਫੇਰ ਵੀ ਨਾ ਆਏ ਤੇ ਤੀਜੀ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਗੱਦੀ ਛੱਡ ਕੇ ਕੀਰਤਨੀਆਂ ਨੂੰ ਲੈਣ ਗਏ। ਜੀ ਜੀ ਕਿੱਡਾ ਸਤਿਕਾਰ ਕਰਦੇ ਹੋਣਗੇ। ਹਾਂਜੀ ਹਾਂਜੀ ਜਾ ਕੇ ਦਰਵਾਜ਼ਾ ਖੜਕਾਇਆ। ਜੀ ਜੀ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੋਲਿਆ ਤੇ ਜਾਨੂੰ ਅੰਦਰੋਂ ਧੀ ਉਹ ਭੈਣ ਵੀ ਨਾਲ ਆ ਗਈ ਬਾਹਰ। ਜੀ 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 ਮਹਾਰਾਜ ਕਹਿੰਦੇ ਚਲੋ ਭਾਈ ਸੰਗਤਾਂ ਢੀਕਦੀਆਂ। ਜੀ ਜੀ ਤਰਲੋਕ ਸਿੰਘ ਜੀ ਬਿਲਕੁਲ ਆਪਾਂ ਗੱਲ ਮੈਂ ਕਮੈਂਟਾਂ ਦੀ ਬਾਅਦ ਚ ਕਰਨੀ ਆ, ਮੈਂ ਉਹ ਗੱਲ ਦਾ ਜਵਾਬ ਦੇ ਦੇਵਾਂ ਵੀਰ ਦਾ, ਫਿਰ ਵਿੱਚ ਨਾ ਰਲ ਗੱਡ ਜਿਹਾ ਹੋ ਜਾਂਦਾ। ਜੀ ਜੀ ਉਹ ਜਦੋਂ ਕਿਹਾ ਨਾ ਅਸੀਂ ਨਹੀਂ ਜਾਂਦੇ, ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਜਵਾਬ ਦੇ ਦਿੱਤਾ। ਹਾਂਜੀ ਹਾਂਜੀ ਮਹਾਰਾਜ ਕਹਿੰਦੇ ਸੰਗਤਾਂ ਢੀਕਦੀਆਂ ਚਲੋ। ਜੀ ਜੀ ਤਾਂ ਮੋਰਿਓਂ ਕਹਿੰਦੇ ਅਸੀਂ ਨਹੀਂ ਜਾਣਾ, ਤੁਸੀਂ ਸਾਨੂੰ ਭੇਟਾ ਨਹੀਂ ਦਿੱਤੀ ਇੱਕ ਦਿਨ ਦੀ, ਜਾਣ ਕੇ ਸੰਗਤ ਰੋਕੀ ਆ। ਜੀ 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 ਉਹ ਬੇਟੀ ਉਹ ਧੀ ਵੀ ਕਹੀ ਜਾਵੇ ਹਾਂਜੀ ਵੀ ਪਿਤਾ ਜੀ ਜਾਂ ਭਰਾ ਜੀ ਤੁਸੀਂ ਗੁੱਸਾ ਛੱਡੋ, ਤੁਸੀਂ ਜਾਓ, ਜਾਓ ਜਾਓ ਵੀ ਮਹਾਰਾਜ ਆਪ ਤੁਹਾਨੂੰ ਲੈਣ ਆਏ ਆ, ਤੁਸੀਂ ਉਹਨਾਂ ਨੂੰ ਦਰਵਾਜ਼ੇ ਤੋਂ ਇਦਾਂ ਨਾ ਮੋੜੋ, ਠੀਕ ਹੈ। ਜਾਓ। ਹਾਂਜੀ ਉਹ ਕਹਿਣ ਤੈਨੂੰ ਬਹੁਤ ਪਤਾ, ਉਹਨੇ ਗੱਲ ਹੀ ਨਹੀਂ ਸੁਣੀ ਆਪਣੀ ਧੀ ਦੀ, ਠੀਕ ਹੈ। ਆਪਣੀ ਭੈਣ ਦੀ। ਹਾਂਜੀ ਜੇ ਉਹ ਜਦੋਂ ਗੱਲ ਨਹੀਂ ਮੰਨੀ, ਮਹਾਰਾਜ ਨੂੰ ਮੋਰਿਓਂ ਕਹਿੰਦੇ ਤੁਹਾਡੇ ਨਾਨਕ ਨੂੰ ਕੌਣ ਪੁੱਛਦਾ ਜੇ ਸਾਡਾ ਮਰਦਾਨਾ ਨਾ ਹੁੰਦਾ। ਜੀ 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 ਜੇ ਮਰਦਾਨੇ ਨੇ ਕੀਰਤਨ ਕੀਤਾ ਤਾਂ ਕਹਿੰਦੇ ਗੁਰੂ ਨਾਨਕ ਦੀ ਪੁੱਛ ਗਿੱਛ ਹੋਈ ਆ। ਠੀਕ ਹੈ ਜੀ। ਜਿੱਦਾਂ ਸਾਡਿਆਂ ਨੂੰ ਭੁਲੇਖਾ ਨਾ ਹਾਂਜੀ ਹਾਂਜੀ ਵੀ ਮੈਂ ਪ੍ਰਚਾਰ ਕੀਤਾ ਤਾਂ ਸਿੱਖੀ ਨਾਲ ਲੋਕ ਜੁੜੇ ਆ, ਬਸ ਬਸ ਉਹੀ ਗੱਲ। ਹਾਂਜੀ ਤੇ ਜਦੋਂ ਵਾਹ ਜੀ ਵਾਹ ਬੱਦਲ ਚੜਿਆ ਆ, ਹਾਂਜੀ ਮਹਾਰਾਜ ਨੇ ਕਿਰਪਾ ਕਰਤੀ ਹੈ, ਗਰਮੀ ਬਹੁਤ ਸੀ। ਹੂੰ, ਤੇ ਜਦੋਂ ਇਹ ਬਚਨ ਹੋ ਗਿਆ ਜੀ, ਜੀ ਜੀ ਕਹਿੰਦੇ ਤੁਹਾਡੇ ਨਾਨਕ ਨੂੰ ਕੌਣ ਪੁੱਛਦਾ, ਜੀ। ਪਹਿਲਾਂ ਤਾਂ ਮਹਾਰਾਜ ਸੁਣੀ ਗਏ। ਜੀ ਜੀ ਜਦੋਂ ਗੁਰੂ ਤੇ ਗੱਲ ਆ ਗਈ, ਮਹਾਰਾਜ ਕਹਿੰਦੇ ਭਾਈ ਸਾਨੂੰ ਭਾਵੇਂ ਜਿੰਨਾ ਮਰਜੀ ਮਾੜਾ ਬੋਲ ਲੈਂਦਾ, ਹਾਂਜੀ ਹਾਂਜੀ ਜਿੰਨਾ ਮਰਜੀ ਮਾੜਾ ਕਹਿ ਲੈਂਦਾ, ਜੀ ਜੀ ਪਰ ਤੂੰ ਗੁਰੂ ਨਾਨਕ ਮਹਾਰਾਜ ਤੇ ਸਵਾਲ ਚੁੱਕਿਆ, ਜਾਂ ਤੁਹਾਨੂੰ ਬਖਸ਼ਾਉਣ ਵਾਲਾ ਕੋਈ ਨਹੀਂ ਹੋਊ, ਕੋਡ ਤੁਹਾਨੂੰ ਬਖਸ਼ਾਉਣ ਵਾਲਾ ਹੀ ਕੋਈ ਨਹੀਂ ਹੋਊ। ਠੀਕ ਹੈ। ਜਿੱਧਰ ਵੀ ਜਾਓਗੇ ਦਰਵਾਜ਼ੇ ਬੰਦ ਹੋ ਜਾਣੇ ਆ, ਕਿਉਂਕਿ ਤੁਸੀਂ ਗੁਰੂ ਦੀ ਨਿੰਦਿਆ ਕੀਤੀ ਆ। ਜੀ ਜੀ ਤੇ ਜਿਹੜਾ ਤੁਹਾਨੂੰ ਕੋਈ ਬਖਸ਼ਾਉਣ ਆਵੇ, ਹਾਂਜੀ ਹਾਂਜੀ ਆਪਣਾ ਮੂੰਹ ਕਾਲਾ ਕਰਕੇ ਆਵੇ, ਜੀ ਜੀ ਗਧੇ ਤੇ ਬਹਿ ਕੇ ਪੂਰੇ ਅੰਮ੍ਰਿਤਸਰ ਸਾਹਿਬ ਦਾ ਗੇੜਾ ਲਾ ਕੇ ਆਵੇ, ਜੀ ਜੀ ਗਲ 'ਚ ਜੁੱਤੀਆਂ ਦਾ ਹਾਰ ਪਾ ਕੇ ਆਵੇ। ਜੀ 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 ਇਹ ਕਹਿ ਕੇ ਮਹਾਰਾਜ ਵਾਪਸ ਚਲ ਗਏ। ਹਾਂਜੀ ਜਾ ਕੇ ਸੰਗਤ ਨੂੰ ਕਹਿੰਦੇ ਚੱਕੋ ਸਾਜ਼, ਆਪਾਂ ਕੀਰਤਨ ਕਰਾਂਗੇ। ਜੀ ਜੀ ਸੰਗਤ ਕਹਿੰਦੀ ਮਹਾਰਾਜ ਅਸੀਂ ਤਾਂ ਕਦੇ ਸਾਜ਼ ਵਜਾਇਆ ਹੀ ਨਹੀਂ। ਹਾਂਜੀ ਕਹਿੰਦੇ ਤੁਸੀਂ ਨਹੀਂ ਵਜਾਉਣਾ, ਗੁਰੂ ਨਾਨਕ ਆਪੇ ਹੀ ਵਜਾਉਣਗੇ। ਅੱਜ ਜਿਹੜਾ ਕੀਰਤਨ ਵੀ ਆਮ ਸੰਗਤ ਨੂੰ ਮਿਲਿਆ, ਇਹ ਸੱਤੇ ਬਲਵੰਡੇ ਦੇ ਗੁੱਸੇ ਹੋਣ ਨਾਲ ਮਿਲਿਆ, ਹੁਣ ਨਾ ਮਿਲਿਆ, ਨਹੀਂ ਤਾਂ ਨਹੀਂ ਮਿਲਣਾ। ਨਹੀਂ ਤਾਂ ਸਾਡੇ 'ਚ ਦਾਤ ਨਹੀਂ ਸੀ ਮਿਲਣੀ, ਉਹ ਉੱਥੇ ਹੀ ਰਹਿ ਜਾਣੀ ਸੀ ਪਰਿਵਾਰ ਦੇ ਕੋਲ ਸੇਵਾ। ਹਾਂਜੀ ਹਾਂਜੀ ਮਹਾਰਾਜ ਕਹਿੰਦੇ ਤੁਸੀਂ ਨਹੀਂ ਵਜਾਉਣਾ, ਸੰਗਤ ਨੇ ਵਜਾਉਣੇ, ਇਹ ਗੁਰੂ ਨਾਨਕ ਨੇ। ਉਹਨਾਂ ਦਾ ਖੇਡ ਸੀ ਤੇ ਮਹਾਰਾਜ। ਜਦੋਂ ਇਹ ਗੱਲ ਹੋਈ ਨਾ, ਹਾਂਜੀ ਹਾਂਜੀ ਮਹਾਰਾਜ ਨੇ ਆ ਕੇ ਸੰਗਤ ਸਮੇਤ ਆਸਾ ਕੀ ਵਾਰ ਦਾ ਕੀਰਤਨ ਕੀਤਾ। ਭਰਾ ਮੇਰੇ ਸੁਣੀ ਚੱਲਿਓ, ਇੰਨੀ ਗੱਲ ਕਿਸੇ ਨੇ ਨਹੀਂ ਦੱਸਣੀ ਤੁਹਾਨੂੰ। ਜੀ 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 ਪਹਿਲਾਂ ਮੈਨੂੰ ਦੱਸੋ ਵੀਡੀਓ ਸਹੀ ਚੱਲ ਰਹੀ ਹੈ ਜੀ? ਬਾਜ ਰੁਕਦੀ ਤਾਂ ਨਹੀਂ ਵਿੱਚ? ਸੰਗਤ ਕਾਫੀ ਦੇਖ ਰਹੀ ਜੀ, 290 ਸੰਗਤ ਦੇ ਸਰੀਰ ਦੇਖ ਰਹੇ ਜੀ। ਠੀਕ ਹੈ। ਵੱਧ ਚੜ੍ਹਦੀ ਕਲਾ 'ਚ ਸ਼ੇਅਰ ਕਰੋ, ਵੱਧ ਤੋਂ ਵੱਧ 300 ਸਰੀਰ ਦੇਖ ਰਹੇ ਆ ਜੀ। ਜੀ ਜੀ ਤੇ ਆਵਾਜ਼ ਮੈਨੂੰ ਦੱਸੋ ਜੀ ਕਮੈਂਟ ਕਰਕੇ ਵੀ ਬਿਨਾਂ ਰੁਕੇ ਤੋਂ ਆ ਰਹੀ ਤੁਹਾਡੇ ਕੋ? ਕਰਿਓ ਕਿਰਪਾ, ਮੈਂ ਫਿਰ ਇਤਿਹਾਸ ਆ ਕਹਿੰਦੇ ਆ ਰਹੀ ਆ। ਅੱਛਾ ਜੀ। ਤੇ ਜਦੋਂ ਹੁਣ ਮਹਾਰਾਜ ਨੇ ਕੀਰਤਨ ਕਰਨ ਲਾਤਾ ਸੰਗਤ ਨੂੰ, ਜੀ ਜੀ ਐਸੀ ਖੇਡ ਵਰਤੀ, ਗੁਰੂ ਨਾਨਕ ਦੀ ਨਿੰਦਿਆ ਕਰਨ ਦਾ ਨਤੀਜਾ ਕੀ ਮਿਲਿਆ? ਹਾਂਜੀ ਕੋੜ ਹੋ ਗਿਆ ਭਾਈ ਸੱਤੇ ਬਲਵੰਡੇ ਨੂੰ। ਜੀ ਜੀ ਜੀ
ਕਿਉਂਕਿ ਇੱਕ ਪੰਕਤੀ ਲੈ ਕੇ ਆਪਣੇ ਵੀਰ ਤੁਰ ਪੈਂਦੇ ਆ। ਪਿੱਛੇ ਦਾ ਇਤਿਹਾਸ ਬਾਣੀ ਕਹਿੰਦੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ, ਹਨਾ ਜੀ। ਜਿਹੜੀ ਬਾਣੀ ਉਚਾਰੀ ਆ ਉਹ ਕਿਸੇ ਪ੍ਰਤੀ ਉਚਾਰੀ ਆ ਤੇ ਉਹਦਾ ਜਿਹੜਾ ਉਪਦੇਸ਼ ਆ ਉਹ ਸਾਰਿਆਂ ਨੂੰ ਸਾਂਝਾ ਆ, ਹਨਾ ਜੀ। ਹੁਣ ਜਦੋਂ ਕਹਿੰਦੇ ਸੱਤਾ ਬਲਵੰਡਾ ਜੀ ਦੇ ਕੋੜ ਫੁੱਟ ਪਿਆ, ਖੂਨ ਪਾਕ ਬਗਣਾ, ਜਿਹੜੇ ਪਾਸਿਓਂ ਨਹੀਂ ਜਾਣਾ। ਫਿਰ ਜਦੋਂ ਗਲਤੀ ਦਾ ਅਹਿਸਾਸ ਹੋ ਗਿਆ, ਜਦੋਂ ਅਸੀਂ ਗਲਤੀ ਦਾ ਅਹਿਸਾਸ ਕਰ ਲਿਆ ਵੀ ਯਾਰ ਆ ਤਾਂ ਸਾਤੋਂ ਗਲਤੀ ਹੋ ਗਈ, ਉਦੋਂ ਕਹਿਣ ਵੀ ਹੁਣ ਸਾਨੂੰ ਕੋਈ ਬਖਸ਼ਾਵੇ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ, ਕੋਈ ਪੁੱਛੋ ਬਵੇਕੀਆ ਜਾਏ, ਹਨਾ। ਅਨੇਕ ਜੂਨੀ ਭਰਮ ਆਵੇ, ਠੀਕ ਹੈ ਜੀ, ਹਨਾ ਜੀ। ਤੀਜੇ ਪਾਤਸ਼ਾਹ ਕਹਿੰਦੇ ਆ ਵੀ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ, ਨਿੰਦਿਆ ਕਰਦਾ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ, ਉਹਨੂੰ ਕੋਈ ਬਖਸ਼ਾਉਣ ਵਾਲਾ ਨਹੀਂ ਹੁੰਦਾ। ਗੁਰੂ ਤੋਂ ਬਿਨਾ ਕੋਈ ਨਹੀਂ ਬਖਸ਼ ਸਕਦਾ। ਇਹ ਦੋਏ ਭਰਾ ਜਿੱਧਰ ਜਾਣ ਲੋਕ ਦਰਵਾਜ਼ੇ ਬੰਦ ਕਰ ਲੈਣ, ਜਿੱਧਰ ਜਾਣ ਤਾਕੀਆਂ ਬੂਹੇ ਬੰਦ ਕਰ ਲੈਣ। ਇਹਨਾਂ ਨੂੰ ਫੇ ਕਿਸੇ ਨੇ ਦੱਸਿਆ ਵੀ ਜਾਓ ਭਾਈ ਲੱਧਾ ਜੀ ਪਰਉਪਕਾਰੀ ਲਾਹੌਰ, ਉਹਨਾਂ ਨੂੰ ਜਾ ਕੇ ਬੇਨਤੀ ਕਰੋ। ਇਹ ਦੋਏ ਭਰਾ ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਚਲੇ ਗਏ, ਜਾ ਕੇ ਦਰਵਾਜ਼ਾ ਖੜਕਾਇਆ। ਉਹਨਾਂ ਦੀ ਪਤਨੀ ਇੱਕ ਭੈਣ ਜੀ ਘਰ ਸੀਗੇ, ਭਾਈ ਲੱਧਾ ਜੀ ਹੈ ਨਹੀਂ ਸੀ। ਦੱਸੋ ਜੀ, ਕਹਿੰਦੇ ਭਾਈ ਲੱਧਾ ਜੀ ਕਿੱਥੇ ਆ? ਮੈਂ ਤੁਹਾਡੇ ਕਮੈਂਟ ਨਹੀਂ ਜੀ ਪੜ੍ਹ ਰਿਹਾ ਕਿਉਂਕਿ ਮੇਰੀ ਲੜੀ ਟੁੱਟ ਜਾਣੀ ਆ ਵਿੱਚ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਨਾ ਕਮੈਂਟ ਕਰਿਓ, ਫਿਰ ਉੱਪਰ ਲੰਘ ਜਾਣੇ ਆ, ਫਿਰ ਤੁਸੀਂ ਗੱਲ ਸੁਣ ਲਓ ਜੀ, ਫਿਰ ਤੁਸੀਂ ਕਹਿਣਾ ਵੀ ਸਾਡੇ ਕਮੈਂਟ ਨਹੀਂ ਪੜ੍ਹਦੇ। ਇਦਾਂ ਨਹੀਂ ਪੜ੍ਹ ਹੋਣਾ ਜਿੰਨਾ ਚਿਰ ਇੱਕ ਗੱਲ ਦਾ ਜਵਾਬ ਮੈਂ ਨਹੀਂ ਦੇ ਸਕਦਾ ਜੀ। ਵਿੱਚੋਂ ਨਹੀਂ ਹਟਣਾ ਆਪਾਂ ਜਵਾਬ ਦੇਣਾ, ਹਨ। ਉਹ ਵੀਰ ਜੀ ਦਾ ਆਪਾਂ ਹੁਣ ਪੂਰਾ ਜਵਾਬ ਤਾਂ ਦਈਏ, ਫਿਰ ਕਹਿਣਗੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਹੁਣ ਜਦੋਂ ਦੋਨੇ ਭਰਾ ਭਾਈ ਲੱਧਾ ਜੀ ਨੂੰ, ਉਹ ਘਰ ਹੈ ਨਹੀਂ ਸੀਗੇ, ਉਹ ਪਤਨੀ ਜਾਂ ਭੈਣ ਘਰ ਸੀ, ਉਹ ਕਹਿੰਦੇ ਜੀ ਉਹ ਸ਼ਾਮ ਨੂੰ ਆਉਣਗੇ। ਦੋਏ ਭਰਾ ਬਾਹਰ ਬਹਿ ਗਏ ਵੀ ਅਸੀਂ ਤਾਂ ਮਿਲ ਕੇ ਹੀ ਜਾਣਾ, ਜਦੋਂ ਮਰਜੀ ਆਉਣ। ਭਾਈ ਲੱਧਾ ਜੀ ਆਏ, ਹੱਥਾਂ ਤੇ ਇਹਨਾਂ ਦੇ ਕੋਲ, ਉਹਨਾਂ ਨੂੰ ਸਾਰਾ ਪਤਾ ਸੀ ਵੀ ਇਹਨਾਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ ਆ, ਕਿਉਂਕਿ ਬੜੇ ਗੁਰਮੁਖ ਪਿਆਰੇ ਸੀਗੇ। ਭਾਈ ਲੱਧਾ ਜੀ ਨੂੰ ਬੇਨਤੀ ਕੀਤੀ, ਭਾਈ ਲੱਧਾ ਜੀ ਨੂੰ ਕਹਿੰਦੇ ਵੀ ਸਾਨੂੰ ਬਖਸ਼ਾਓ। ਹੁਣ ਬਖਸ਼ਾਉਣ ਨੂੰ ਤਾਂ ਮੈਂ ਵੀ ਵਿੱਚ ਵਿਚੋਲਾ ਬਣ ਜਾਂਦਾ ਜੀ ਜੇ ਮੈਂ ਹੁੰਦਾ, ਪਰ ਹੁਣ ਆਪਣਾ ਮੂੰਹ ਕਾਲਾ ਕੌਣ ਕਰੇ? ਕਿਹੜਾ ਚਾਹੁੰਦਾ ਵੀ ਮੇਰਾ ਪਿੰਡ 'ਚ ਬਦਨਾਮੀ ਹੋਵੇ? ਨਾਲੇ ਮਹਾਰਾਜ ਨੇ, ਗੁਰੂ ਸਾਹਿਬ ਨੇ ਉਹ ਕਰਨਾ ਪਿਆ, ਮਹਾਰਾਜ ਨੇ ਤਾਂ ਕਿਹਾ ਸੀ ਵੀ ਪੂਰੇ ਅੰਮ੍ਰਿਤਸਰ 'ਚ ਗੇੜਾ ਦਿਓ ਮੂੰਹ ਕਾਲਾ ਕਰਕੇ, ਜਿਹੜਾ ਬੰਦਾ ਇਹਨਾਂ ਨੂੰ ਬਖਸ਼ਾਉਣ ਆਵੇ। ਭਾਈ ਲੱਧਾ ਜੀ ਨੂੰ ਪਰਉਪਕਾਰੀ ਕਿਹਾ ਹੀ ਤਾਂ ਜਾਂਦਾ ਸੀ ਕਿਉਂਕਿ ਉਹ ਆਪਣਾ ਨਫਾ ਨੁਕਸਾਨ ਨਹੀਂ ਸੀ ਦੇਖਦੇ, ਉਹ ਦੂਜੇ ਨੂੰ ਭਲਾ ਕਰਦੇ ਸੀ। ਹੁਣ ਉਹਨਾਂ ਨੇ ਕੀ ਕੀਤਾ, ਕਹਿੰਦੇ ਚੱਲਾਂਗੇ। ਭਾਈ ਲੱਧਾ ਜੀ ਜਦੋਂ ਅੰਮ੍ਰਿਤਸਰ ਸਾਹਿਬ ਜੀ ਦੀ ਜੂਹ 'ਚ ਆਏ, ਉਹਨਾਂ ਨੇ ਆਪਣੇ ਮੂੰਹ ਤੇ ਕਾਲੋ ਮਲੀ, ਗਲ 'ਚ ਜੋੜਿਆਂ ਦਾ ਹਾਰ ਪਾਇਆ, ਗਧੇ ਤੇ ਬੈਠੇ, ਪੂਰੇ ਅੰਮ੍ਰਿਤਸਰ ਸਾਹਿਬ ਦਾ ਗੇੜਾ ਦਿੱਤਾ, ਨਾਲ ਨਾਲ ਸੱਤਾ ਬਲਵੰਡਾ, ਹਨਾ ਜੀ। ਸੰਗਤ ਨੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸਿਆ ਵੀ ਮਹਾਰਾਜ ਭਾਈ ਲੱਧਾ ਜੀ ਪਰਉਪਕਾਰੀ ਬਖਸ਼ਾਉਣ ਆ ਰਹੇ ਆ, ਤੇ ਮਹਾਰਾਜ ਆਪਣਾ ਆਸਣ ਛੱਡ ਕੇ ਬਾਹਰ ਆ ਕੇ ਖੜ ਗਏ। ਜਦੋਂ ਭਾਈ ਲੱਧਾ ਜੀ ਆਏ, ਮਹਾਰਾਜ ਕਹਿੰਦੇ ਲੱਧਿਆ ਤੂੰ ਤਾਂ ਉਦਾਂ ਹੀ ਕਹਿ ਦਿੰਦਾ ਆ ਕੇ, ਤੇਰਾ ਤਾਂ ਐਡਾ ਨਾਮ ਅਭਿਆਸ ਆ, ਤੂੰ ਤਾਂ ਇੰਨਾ ਗੁਰੂ ਨਾਨਕ ਦੇ ਘਰ ਦਾ ਪਿਆਰਾ ਸਿੱਖਿਆ, ਤੂੰ ਤਾਂ ਉਦਾਂ ਹੀ ਆ ਕੇ ਬੇਨਤੀ ਕਰ ਦਿੰਦਾ, ਅਸੀਂ ਉਦਾਂ ਹੀ ਬਖਸ਼ ਦੇਣਾ ਸੀ। ਪਰ ਭਾਈ ਲੱਧਾ ਜੀ ਕਹਿੰਦੇ ਪਾਤਸ਼ਾਹ ਮੈਨੂੰ ਇਸ ਗੱਲ ਦਾ ਮਾਣ ਆ, ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ, ਗੁਰੂ ਨਾਨਕ ਦਾ ਘਰ ਮੈਨੂੰ ਮਾਣ ਦਿੰਦਾ, ਪਰ ਇਹ ਪਿਆਰ ਵੱਖਰੀ ਗੱਲ ਹੈ, ਤੁਹਾਡਾ ਹੁਕਮ ਵੱਖਰਾ। ਤੁਹਾਡਾ ਹੁਕਮ ਸੀ ਵੀ ਜਿਹੜਾ ਇਹਨਾਂ ਨੂੰ ਬਖਸ਼ਾਉਣ ਆਵੇ ਉਹ ਇਸ ਤਰੀਕੇ ਨਾਲ ਆਵੇ, ਤੇ ਮੈਂ ਤੁਹਾਡਾ ਬਚਨ ਪੂਰਾ ਕੀਤਾ, ਤੇ ਮਹਾਰਾਜ ਹੁਣ ਕਿਰਪਾ ਕਰੋ ਇਹਨਾਂ ਨੂੰ ਬਖਸ਼ੋ। ਤੇ ਮਹਾਰਾਜ ਨੇ ਫਿਰ ਕਿਹਾ ਸੀ ਜਿਹੜੀ ਜੀਭ ਨਾਲ ਗੁਰੂ ਨਾਨਕ ਦੀ ਨਿੰਦਿਆ ਕੀਤੀ ਉਸੇ ਜੀਭ ਨਾਲ ਸਿਫਤ ਕਰਨ, ਜਿੱਦਾਂ ਜਿੱਦਾਂ ਗੁਰੂ ਨਾਨਕ ਦੀ ਬਾਣੀ ਦੇ ਗੁਣ ਗਾਉਣਗੇ ਇਹਨਾਂ ਦਾ ਰੋਗ ਹਟਦਾ ਜਾਊ, ਸਰੀਰ ਕੰਚਨ ਵਰਗਾ ਹੁੰਦਾ ਜਾਊ। ਇਤਿਹਾਸ ਮੈਂ ਚੱਕ ਕੇ ਦਿਖਾ ਦੂੰ ਜੀ ਤੁਹਾਨੂੰ, ਦੱਸੋ ਕਿੰਨੇ ਇਤਿਹਾਸਕਾਰਾਂ ਦਾ ਦਿਖਾਣਾ, ਕਿਉਂਕਿ ਬਿਨਾਂ ਪੜ੍ਹੇ ਤੋਂ ਅਸੀਂ ਬੋਲਦੇ ਨਹੀਂ, ਫਿਰ ਜਵਾਬ ਵੀ ਦੇਣਾ ਹੁੰਦਾ ਨਾ, ਫਿਰ ਵਿੱਚ ਗਿਆਨਾ ਸਿੰਘ ਹੁੰਦੇ ਕਈ। ਹੁਣ ਜਦੋਂ ਮਹਾਰਾਜ ਕਹਿੰਦੇ ਜਿੱਦਾਂ ਜਿੱਦਾਂ ਕੀਰਤਨ ਕਰਨਗੇ ਬਖਸ਼ੇ ਜਾਣਗੇ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਬਖਸ਼ੇ। ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਨੂੰ ਬਖਸ਼ਿਆ। ਫਿਰ ਜਦੋਂ ਮਹਾਰਾਜ ਨੇ ਬਾਣੀ ਦਰਜ ਕੀਤੀ, ਹੁਣ ਆ ਜਾਓ ਉੱਥੇ, ਫਿਰ ਗੁਰਸਿੱਖਾਂ ਦੀ ਬਾਣੀ, ਭਾਈ ਮਰਦਾਨਾ ਜੀ ਦੀ, ਭਾਈ ਸੱਤਾ ਜੀ ਦੀ, ਭਾਈ ਬਲਵੰਡ, ਇਹ ਗੁਰਸਿੱਖਾਂ ਚ ਆਉਂਦੇ ਆ, ਭਾਈ ਬਲਵੰਡ ਜੀ, ਇਹਨਾਂ ਦੀ ਰਾਮਕਲੀ ਦੀ ਵਾਰ ਆ। ਬਾਣੀ ਦਰਜ ਹੋਈ, ਬਾਣੀ ਦਰਜ ਤੁਸੀਂ ਦੇਖੋ ਸ਼ੁਰੂ ਕਿੱਥੋਂ ਹੁੰਦੀ ਆ, ਉਹਦਾ ਅੰਤ ਕਿੱਥੇ ਹੁੰਦਾ ਹੈ, ਤੁਸੀਂ ਇੱਕ ਪੰਕਤੀ ਲੈ ਕੇ ਤੁਰ ਪੈਂਦੇ ਹੋ। ਹੁਣ ਜਿੱਦਾਂ ਸੂਤਕ ਪਾਤਕ ਦੀ ਗੱਲ ਆਉਂਦੀ ਹੈ,
ਸੂਤਕ ਪਾਤਕ ਦੀ ਗੱਲ ਮਹਾਰਾਜ ਨੇ ਉਚਾਰਨ ਕੀਤੀ ਪਹਿਲੇ ਪਾਤਸ਼ਾਹ ਨੇ। ਉਹਦੇ ਚ ਇੱਕ ਪੰਕਤੀ ਅਖੀਰ ਚ ਆਉਂਦੀ, ਖਾਣਾ ਪੀਣਾ ਪਵਿੱਤਰ ਹੈ ਦਿਤੋਨ ਰਿਜਕ ਸੰਭਾਹੇ। ਜੀ ਜੀ ਜੀ। ਇੱਥੇ ਸ਼ਰਾਬਾਂ ਪੀ ਜਾਂਦੇ ਆ, ਖਾਣ ਪੀਣ ਵਾਲੇ ਉਹ ਪੰਕਤੀ ਅੰਮ੍ਰਿਤ ਛਕ ਕੇ ਸ਼ਰਾਬਾਂ ਕਈ ਪੀ ਜਾਂਦੇ ਆ। ਹਾਂਜੀ, ਹਾਂਜੀ। ਉਹਨਾਂ ਨੂੰ ਪੁੱਛੋ ਕਿਉਂ ਪੀਂਦੇ ਹੋ, ਉਹ ਕਹਿੰਦੇ ਮਹਾਰਾਜ ਬਾਣੀ ਚ ਕਹਿ ਰਹੇ ਆ ਬਾਣੀ ਚ ਵੀ ਖਾਣਾ ਪੀਣਾ ਪਵਿੱਤਰ ਹੈ। ਹਾਂਜੀ। ਉਹ ਭਲਿਓ ਲੋਕੋ ਤੋਂ ਪਹਿਲੀਆਂ ਗੱਲਾਂ ਵੀ ਪੜੋ ਕਿ ਕਾਦੇ ਵਾਸਤੇ ਵੀ ਪੂਰਾ ਸ਼ਬਦ ਲਿਖਿਆ ਕਿਉਂ ਆ। ਹਾਂਜੀ ਹਾਂਜੀ। ਹੁਣ ਇੱਥੇ ਜਿਹੜੀ ਭਾਈ ਸਤ ਬਲਵੰਡ ਜੀ ਨੇ ਗੱਲ ਕੀਤੀ ਗੁਰੂ ਪਿਆਰਿਓ, ਉਹ ਕਿਹੜੀਆਂ ਪੰਕਤੀਆਂ ਉਚਾਰੀਆਂ, ਉੱਤੋਂ ਪਹਿਲਾਂ ਪੂਰਾ ਸ਼ਬਦ ਪੜੋ। ਜੀ ਜੀ ਜੀ। ਉਹਦੇ ਚ ਗੁਰੂ ਨਾਨਕ ਦੇ ਘਰ ਦੀ ਸਿਫਤ ਕੀਤੀ ਆ। ਜੀ ਜੀ ਜੀ। ਉਹਨਾਂ ਨੇ ਪੁੱਤਰੀ, ਹਾਂਜੀ ਹਾਂਜੀ। ਤੇ ਬਾਟ ਸਾਹਿਬ ਸੁਣਿਓ ਧਿਆਨ ਨਾਲ, ਹਾਂਜੀ। ਪੁੱਤਰੀ, ਮੈਨੂੰ ਕੋਈ ਵੀ ਬੰਦਾ ਸੰਗਤ ਦਾ ਸਰੀਰ, ਦੱਸ ਦਿਓ, ਸੰਗਤ ਦਾ ਸਰੀਰ ਕਿਸੇ ਨੇ ਸੰਥਿਆ ਕੀਤੀ ਹੋਵੇ ਗੁਰਬਾਣੀ ਦੀ, ਉਹ ਵੀਰ